वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चबर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव पातशाह महाराज जी का है प्रसंग है। सतगुरु जी का तरत लुकाई नूं सोधन वास्ते जगत जलंदे नूं ठारन वास्ते जो पहली उदासी है उसनूं मुड़ शुरू करना, क्योंकि सतगुरु जी ने यात्रा सुल्तानपुर साहब तो शुरू की सी, पर ऐमनाबाद तो वापस तलवंडी आना पिया, क्योंकि गुरु जी दे बहुत प्यारे सेवक चौधरी राय बुलार साहब जी ने याद किया सी। हुण सतगुरु जी दोबारा फिर तलवंडी तो चले, ऐमनाबाद आए, 5 रातां भाई लालो दे घर कटियां ने, फिर टाके बंगाले वाल अपनी यात्रा आरंभ की है। चलते चलते सतगुरु गांव बसै निस बासुर मैं चल दे उपदेश किते नर तारें कावरू देश कियो परवेश भले दरवेश को बेस बनाए। सतगुरु जी चलते चलते कामरूप असाम देश पहुँच गए। एक वेला जिन्हों अज आप असाम कहने आ, इनू कामरूप जां इसनू कावरू भी देश कहा जाता सी। हुण इस देश के जिहड़े लोग ने उन्हां दा पहरावा बोल चाल खाण पीण वखरा सी।
ਮੰਤਰਨ ਜੰਤਰਨ ਤੰਤਰਨ ਕੀ ਨਿਦ ਜੋਰ ਸੀ ਮੰਤਰਨ ਕੋ ਜੇ ਥਾਏ। ਇੱਥੇ ਆਮ ਲੋਕ ਜਿਹੜੇ ਸੀ ਉਹ ਜੰਤਰਾਂ ਮੰਤਰਾਂ ਤੰਤਰਾਂ ਵਿੱਚ ਪ੍ਰਵਿਰਤ ਸਨ। ਇੱਥੇ ਬੜੇ ਸੁੰਦਰ ਬਾਗ ਸਨ, ਬੜੇ ਸੁੰਦਰ ਬਗੀਚੇ ਸਨ। ਸੋ ਇਹ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ ਕਿ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਅੱਗੇ ਨੇ, ਮਗਰ ਮਗਰ ਭਾਈ ਮਰਦਾਨਾ ਹੈ, ਭਾਈ ਬਾਲਾ ਹੈ। ਭਾਈ ਮਰਦਾਨੇ ਨੇ ਆਖਿਆ, ਬਾਬਾ ਮੈਨੂੰ ਭੁੱਖ ਲੱਗੀ ਹੈ। ਸਤਿਗੁਰਾਂ ਨੇ ਅੱਕ ਦੀਆਂ ਅੰਬਾਕੜੀਆਂ ਵੇਖੀਆਂ। ਅੱਜ ਮੈਨੂੰ ਇੱਕ ਵੀਰ ਨੇ ਰੋਜ਼ ਘਰ ਉਹ ਨੈੱਟ ਤੇ ਕਥਾ ਸੁਣਦੇ ਨੇ, ਉਹਨਾਂ ਨੇ ਦਰੁਸਤੀ ਵੀ ਕਰਵਾਈ ਕਿ ਮਾਲਵੇ ਵਿੱਚ ਇਹਨੂੰ ਖੱਖੜੀਆਂ ਕਹਿੰਦੇ ਨੇ। ਇਹ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ। ਹੁਣ ਇਹ ਇਲਾਕਿਆਂ ਦੀ ਬੋਲੀ ਹੈ, ਪਰ ਗੁਰੂ ਸਾਹਿਬ ਨੇ ਉਹਨਾਂ ਸ਼ਬਦਾਂ ਨੂੰ ਆਪਣੀ ਪ੍ਰਵਾਨਤਾ ਬਖਸ਼ੀ ਹੋਈ ਹੈ। ਸਤਿਗੁਰਾਂ ਨੇ ਆਖਿਆ, ਮਰਦਾਨਿਆਂ ਇਹ ਅੱਕਾਂ ਦੀਆਂ ਅੰਬਾਕੜੀਆਂ ਖੱਖੜੀਆਂ ਖਾ ਲੈ, ਪੱਲੇ ਨਾ ਬੰਨੀ। ਕਹਿਣ ਲੱਗਾ, ਬਾਬਾ ਕੌੜੀਆਂ ਹੋਣਗੀਆਂ। ਸਤਿਗੁਰੂ ਕਹਿਣ ਲੱਗੇ ਵੀ ਖਾ ਕੇ ਤਾਂ ਵੇਖ, ਕੌੜੀਆਂ ਹੋਣਗੀਆਂ ਨਹੀਂ ਹੋਣਗੀਆਂ ਇਹ ਤਾਂ ਮਗਰੋਂ ਦੀ ਬਾਤ ਹੈ। ਜਿਵੇਂ ਹੀ ਭਾਈ ਮਰਦਾਨੇ ਨੇ ਖਾਧੀਆਂ, ਬਹੁਤ ਮਿੱਠੀਆਂ ਸੀ, ਰਸਦਾਇਕ ਸੀ। ਇਸ ਨੇ ਕੀ ਕੀਤਾ, ਲਾਲਚ ਕੀਤਾ ਹੈ। ਰੱਜ ਕੇ ਖਾ ਲਈਆਂ, ਪੇਟ ਭਰ ਕੇ ਨਹੀਂ, ਆਪਣੇ ਗਲੇ ਤੱਕ ਭਰ ਕੇ, ਤੇ ਕੁਝ ਪੱਲੇ ਨਾਲ ਬੰਨ ਲਈਆਂ ਕਿ ਮੈਂ ਕੱਲ ਫਿਰ ਖਾਵਾਂਗਾ। ਹੁਣ ਅਗਲੇ ਦਿਨ ਖਾਣ ਦੇ ਲਾਲਚ ਵਿੱਚ ਚੋਰੀ ਕਰ ਲਈ, ਗੁਰੂ ਜੀ ਦਾ ਬਚਨ ਨਹੀਂ ਮੰਨਿਆ। ਅਗਲਾ ਦਿਨ ਆਇਆ, ਹੌਲੀ ਜਿਹੀ ਪੱਲੇ ਦੇ ਨਾਲੋਂ ਉਹ ਅੰਬਾਕੜੀ ਖੋਲੀ ਹੈ, ਉਹ ਖਖੜੀ ਖੋਲੀ ਹੈ ਤੇ ਮੂੰਹ ਚ ਪਾ ਲਈ। ਉਹ ਸੁਦੀ ਜ਼ਹਿਰ ਸੀ। ਹੁਣ ਜੇ ਤੇ ਪਰਖ ਕੇ ਖਾਣੀ ਹੁੰਦੀ ਤੇ ਪਹੁੰਚ ਹੋਰ ਸੀ, ਵਿਸ਼ਵਾਸ ਨਾਲ ਦੰਦੀ ਵੱਢ ਲਈ ਵੀ ਇਹ ਤੇ ਮਿੱਠੀ ਬਹੁਤ ਹੈ, ਪਰ ਉਹ ਤਾਂ ਜ਼ਹਿਰ ਵਰਗੀ ਕੌੜੀ ਸੀ। ਉਹਦੇ ਨਾਲ ਪੇਟ ਵਿੱਚ ਸੂਲ ਉੱਠਦਾ ਹੈ, ਦਰਦ ਫੁੱਟਦੀ ਹੈ। ਉਸ ਪੀੜਾ ਦੇ ਵਿੱਚ ਗਰਸੇ ਨੂੰ ਵੇਖ ਗੁਰੂ ਨਾਨਕ ਦੇ ਪਿਤਾ ਮਹਾਰਾਜ ਤਰੁੱਠੇ ਨੇ ਤੇ ਆਖਿਆ, ਮਰਦਾਨਿਆਂ ਜੇ ਤੈਨੂੰ ਇੰਨੀਆਂ ਸਵਾਦ ਲੱਗੀਆਂ ਸੀ ਤੇ ਤੂੰ ਸਾਡੇ ਤੋਂ ਹੋਰ ਮੰਗ ਲੈਂਦਾ, ਪੁੱਛ ਲੈਂਦਾ ਸਾਡੇ ਕੋਲੋਂ। ਹੁਣ ਸੱਚੇ ਪਾਤਸ਼ਾਹ ਤਰੁੱਠਦੇ ਨੇ, ਜਾਣ ਸਤੇ ਲਈ ਮਮ ਜੋ ਕਰ, ਯੋਂ ਹਿਰਦੇ ਲਖ ਬੈਣ ਉਚਾਰੇ, ਹਉ ਅਣਜਾਣ ਪਣਾ ਮਨ ਮਾਨ, ਨਾ ਚੀਨਤ ਭੇਦ ਚਰਿਤਰ ਤੁਮਾਰੇ, ਪੂਰਬ ਸੇ ਲਖ ਖਾਏ ਲਏ, ਜਿਨ ਖਾਵਤ ਦੇ ਭਈ ਦੁਖਿਆਰੇ, ਤੋਰ ਰਖੇ ਤੁਮ ਚੋਰੀ ਦੁਰਾਏ ਕੈ, ਹੇਤ ਸ਼ੁਦਾ ਇੱਕ ਦਿਉਸ ਆਹਾਰੇ। ਸਤਿਗੁਰੂ ਕਹਿਣ ਲੱਗੇ, ਕੀ ਲੋੜ ਸੀ ਤੈਨੂੰ ਚੋਰੀ ਰੱਖਣ ਦੀ, ਕੀ ਲੋੜ ਸੀ ਚੋਰੀ ਕਰਨ ਦੀ, ਕੀ ਲੋੜ ਸੀ। ਇੱਥੋਂ ਤੱਕ ਆਪ ਜੀ ਨੇ ਕੱਲ ਕਥਾ ਸੁਣੀ ਹੈ। ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਔਰ ਖਰੂ ਤੈ ਠੋਰ ਵਿਖੈ, ਅਰ ਕੰਗ ਫਲ ਫੂਲਨ ਸੋ ਗੁਰ ਚੀਨੋ। ਔਰ ਖਰੋ ਤੈ ਠੌਰ ਵਿਖੈ, ਅਰ ਕੰਗ ਫਲ ਫੂਲਨ ਸੋ ਗੁਰ ਚੀਨੋ।
ਹੁਣ ਉਸ ਪੀੜਾ ਨੂੰ ਮਿਟਾਉਣ ਲਈ ਗੁਰੂ ਨੇ ਕੀ ਕੀਤਾ? ਅੱਕ ਖਾਧੇ, ਮਿੱਠੇ ਸੀ। ਮਿੱਠੇ ਕਿਉਂ ਸੀ? ਗੁਰੂ ਦੇ ਬਚਨ ਸਨ। ਉਹੀ ਅੱਕ ਜਦੋਂ ਦੁਬਾਰਾ ਖਾਧੇ, ਉੱਥੇ ਗੁਰੂ ਦੇ ਬਚਨਾਂ ਦੀ ਅਵਗਿਆ ਸੀ ਤੇ ਕੌੜੇ ਹੋ ਗਏ। ਹੁਣ ਤੀਸਰੀ ਵਾਰੀ ਉਸੇ ਪੀੜਾ ਨੂੰ ਮਿਟਾਉਣ ਵਾਸਤੇ ਸਤਿਗੁਰੂ ਜੀ ਨੇ ਫਿਰ ਔਰ ਖਰੋ ਤੈ ਠੌਰ ਵਿਖੈ ਅਰਕੰਗ ਫਲ ਫੂਲਣ ਸੋ ਗੁਰ ਚੀਨੋ। ਗੁਰੂ ਜੀ ਨੇ ਕੀ ਵੇਖਿਆ ਕਿ ਜਿੱਥੇ ਭਾਈ ਮਰਦਾਨਾ ਧਰਤੀ ਤੇ ਕਦੇ ਲੇਟਦਾ ਹੈ ਕਦੇ ਬੈਠਦਾ ਹੈ, ਉੱਥੇ ਵੀ ਅੱਕ ਲੱਗੇ ਹੋਏ ਸੀ, ਉੱਥੇ ਵੀ ਅੱਕਾਂ ਦੀਆਂ ਖਖੜੀਆਂ ਉਹ ਬਾਂਕੜੀਆਂ ਲੱਗੀਆਂ ਹੋਈਆਂ ਸੀ। ਸਤਿਗੁਰੂ ਜੀ ਉਸ ਪੀੜਾ ਨੂੰ ਮਿਟਾਉਣਾ ਚਾਹੁੰਦੇ ਨੇ, ਤੇ ਪੀੜਾ ਮਿਟਾਉਣ ਕਿਹਦੇ ਨਾਲ ਲੱਗੇ ਨੇ? ਫਿਰ ਅੱਕ ਦੇ ਨਾਲ। ਉਹਨਾਂ ਅੰਬਾਕੜੀਆਂ ਵੱਲ ਸਤਿਗੁਰੂ ਜੀ ਨੇ ਤੱਕਿਆ ਹੈ। ਹਾਂਜੀ। ਤੋਰਤ ਭੀ ਫਲ ਆਪਨ ਹਾਥਨ, ਪੀਰ ਮਿਟਾਵਣ ਕੋ ਤਹਿ ਦੀਨੋ। ਤੋਰਤ ਭੇ ਫਲ ਆਪਨ ਹਾਥਨ, ਫਿਰ ਸਤਿਗੁਰੂ ਜੀ ਨੇ ਆਪ ਆਪਣੇ ਕਰ ਕਮਲਾਂ ਨਾਲ ਜਾ ਕੇ ਇੱਕ ਖਖੜੀ ਤੋੜੀ ਹੈ ਔਰ ਉਹ ਭਾਈ ਮਰਦਾਨੇ ਦੇ ਮੂੰਹ ਵਿੱਚ ਪਾਈ ਹੈ। ਆਪਨ ਹਾਥਨ ਪੀਰ ਮਟਾਵਣ ਕੋ ਤੈ ਦੀਨੋ। ਆਖਿਆ ਮਰਦਾਨਿਆ ਇਹ ਖਾ ਤੇਰੀ ਪੀੜ ਮਿਟ ਜਾਏਗੀ। ਹਾਂਜੀ। ਭਾਵਤ ਹੀ ਮੁਖ ਭਾਵ ਪਿਖਮ ਸੁਖ, ਖੈ ਦੁਖ ਤੇ ਹਰਖਿਓ ਲਖ ਲੀਨੋ। ਪਾਵਤ ਹੀ ਮੁਖ ਭਾਵ ਭੁਖੰ ਸੁਖ। ਜਿਵੇਂ ਉਹ ਅੱਕ ਦੀ ਖਖੜੀ ਮੂੰਹ ਵਿੱਚ ਪਾਈ, ਸਰੀਰ ਨੂੰ ਸੁੱਖ ਮਿਲਿਆ, ਸਰੀਰ ਦੀ ਪੀੜਾ ਮਿਟ ਗਈ, ਪੇਟ ਦਾ ਦਰਦ ਜਿਹੜਾ ਸੀ ਉਹ ਗਵਾਚ ਗਿਆ। ਖੈ ਦੁੱਖ ਤੇ ਹਰਖਿਓ ਲਖ ਲੀਨੋ, ਖੁਸ਼ ਹੋ ਗਿਆ ਜਦੋਂ ਦੁੱਖ ਖਤਮ ਹੋ ਗਿਆ। ਖੈ ਦਾ ਅਰਥ ਹੁੰਦਾ ਖਤਮ ਹੋ ਜਾਣਾ। ਬੜਾ ਸੁੱਖ ਮਿਲਿਆ, ਖੁਸ਼ੀ ਮਿਲੀ। ਉਹ ਭਾਈ ਮਰਦਾਨਾ ਜਿਹੜਾ ਰੋਣ ਹਾਕਾ ਹੋਇਆ ਪਿਆ ਸੀ, ਹੁਣ ਉਹਦੇ ਚਿਹਰੇ ਤੇ ਖੁਸ਼ੀ ਆਈ, ਰੌਣਕ ਆਈ ਹੈ। ਹਾਂਜੀ। ਬੰਦ ਉਬਹਿ ਕਰ ਭਾਖ ਬਿਨੈ ਬਰ, ਬੰਧਨ ਕੋ ਕਰ ਹੋਤ ਅਤੀਨੋ। ਬੰਦ ਉਬੈ ਕਰ ਭਾਖ ਬਿਨੇ ਬਰ। ਹੁਣ ਉੱਚੀ ਬੋਲਿਆ, ਦੋ ਹੱਥ ਜੋੜ ਕੇ ਬੋਲਿਆ। ਆਪਣੀ ਗਲਤੀ ਨੂੰ ਮੰਨ ਕੇ ਭਾਈ ਮਰਦਾਨੇ ਨੇ ਬੋਲਣਾ ਕੀਤਾ, ਬੰਧਨ ਕਰ ਹੋਤ ਅਧੀਨੋ। ਤੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ, ਕਹਿੰਦਾ ਬਾਬਾ ਬਖਸ਼ ਲਾ, ਮੈਂ ਨਹੀਂ ਸਮਝ ਪਾਇਆ ਕਿ ਤੇਰੇ ਬਚਨ ਇਤਨੇ ਡਾਢੇ ਨੇ। ਹਰ ਸਿੱਖ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸੁੱਖ ਗੁਰੂ ਦੇ ਬਚਨਾਂ ਵਿੱਚ ਹੈ। ਸੁੱਖ ਦੁਨੀਆ ਦੀਆਂ ਚੀਜ਼ਾਂ ਵਿੱਚ ਨਹੀਂ ਹੈ। ਅਗਰ ਇਹ ਗੱਲ ਸਾਨੂੰ ਸਮਝ ਆਵੇ ਕਿ ਸੁੱਖ ਕੀ ਹੈ, ਇਹਨੂੰ ਬਜ਼ੁਰਗ ਬੜਾ ਸੋਹਣਾ ਕਹਿੰਦੇ ਸੀ ਪੁੱਤ ਸੁੱਖ ਕਰਮਾਂ ਵਿੱਚ ਹੁੰਦਾ ਹੈ, ਇੱਟਾਂ ਦੇ ਮਕਾਨਾਂ ਵਿੱਚ ਨਹੀਂ ਹੁੰਦਾ। ਹੁਣ ਜਿਹਨੂੰ ਰੱਬ ਨੇ ਸੁੱਖ ਦਿੱਤਾ ਹੈ ਉਹਨੂੰ 2 ਕਮਰਿਆਂ ਵਿੱਚ ਵੀ ਸੁੱਖ ਹੈ। ਤੁਸੀਂ ਇਹੋ ਜਿਹਾ ਬੰਦਾ ਮਿਲੇਗਾ, ਉਹਨੂੰ ਪੁੱਛੋ ਬਾਪੂ ਜੀ ਚਾਹ ਪੀਓਗੇ, ਕਹੂੰਗਾ ਪੀਆਂਗੇ। ਫਿੱਕੀ ਪੀਓਗੇ ਮਿੱਠੀ ਪੀਓਗੇ? ਕਹਿਣ ਲੱਗਾ ਪੁੱਤਰ ਮਿੱਠੀ ਪੀਆਂਗਾ, ਮੈਂ ਤਾਂ ਬਿਲਕੁਲ ਠੀਕ ਠਾਕ ਹਾਂ। ਹੁਣ 2 ਕਮਰਿਆਂ ਦੇ ਘਰ ਵਿੱਚ ਬੰਦਾ ਸੁਖੀ ਹੈ ਤੇ ਕੋਠੀ ਵਿੱਚ ਬੰਦਾ ਵੀਲ ਚੇਅਰ ਤੇ ਬੈਠਾ ਹੈ, ਕੀ ਕਰੋਗੇ ਤੁਸੀਂ? ਫਿਰ ਸੁੱਖ ਕਿਹਨੂੰ ਗਿਣੋਗੇ? ਸੁੱਖ ਮਕਾਨ ਵਿੱਚ ਨਹੀਂ ਹੈ, ਸੁੱਖ ਘਰ ਦੇ ਗਜਾਂ ਮੀਟਰਾਂ ਵਿੱਚ ਨਹੀਂ ਹੈ, ਸੁੱਖ ਤੇ ਕਰਮਾਂ ਵਿੱਚ ਹੈ। ਜਿਹਦੇ ਕੋਲ ਹੈਗਾ ਹੈ ਕੋਠੀਆਂ ਵਿੱਚ ਵੀ ਹੈਗਾ, ਜਿਹਦੇ ਕੋਲੇ ਨਹੀਂ ਹੈਗਾ ਉਹ ਨਹੀਂ ਹੈਗਾ ਭਾਈ। ਜਿਹਦੇ ਕੋਲੇ ਹੈਗਾ ਉਹਦੇ ਕੋਲੇ 2 ਕਮਰਿਆਂ ਵਿੱਚ ਵੀ ਹੈਗਾ, ਤੇ ਜਿਹਦੇ ਕੋਲੇ ਨਹੀਂ ਹੈਗਾ ਉਹਦੇ ਕੋਲੇ ਬਿਨਾਂ ਘਰ ਤੋਂ ਵੀ ਸੁੱਖ ਨਹੀਂ ਹੈਗਾ। ਕਿ ਝੁੱਗੀ ਝੌਂਪੜੀ ਵਾਲੇ ਵੀਲ ਚੇਅਰ ਤੇ ਨਹੀਂ ਹੁੰਦੇ। ਇਸ ਕਰਕੇ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ। ਜਿਹੜੇ ਇਹ ਸ਼ਬਦ ਸਤਿਗੁਰੂ ਦੀ ਬਾਣੀ ਵਿੱਚ ਆਉਂਦੇ ਨੇ ਕਿ ਤੋ ਪ੍ਰਸਾਦ ਸੁਖੀ ਸਦ ਹੀ। ਦਾਤਾ ਜੀ ਮੈਂ ਸਦਾ ਸੁਖੀ ਹਾਂ,
ਤਾਂ ਤੇਰੀ ਕਿਰਪਾ ਕਰਕੇ ਹੈ, ਇਹ ਸਭ ਕੁਝ ਤੇਰੀ ਬਖਸ਼ਿਸ਼ ਕਰਕੇ ਹੈ। ਹਾਂਜੀ। ਜਾਂ ਬਿਦ ਸੋਹ ਕਰ ਅਗਰ ਚੱਲੇ ਗੁਰ, ਹਾਸ ਬਿਲਾਸ ਕੇ ਵਾਕ ਉਚਾਰੈ। ਇਸ ਤਰ੍ਹਾਂ ਦੇ ਬਚਨ ਕਰਦਿਆਂ ਕਰਦਿਆਂ ਸਤਿਗੁਰੂ ਅੱਗੇ ਚੱਲ ਪਏ, ਔਰ ਬੜੇ ਸਾਰੇ ਹਾਸ ਬਿਲਾਸ ਵੀ ਰਸਤੇ ਵਿੱਚ ਕਰਦੇ ਨੇ। ਇਹੋ ਜਿਹੇ ਕਈ ਕੌਤਕ ਵਰਤਦੇ ਨੇ, ਇਹੋ ਜਿਹੇ ਚੋਰ, ਇਹੋ ਜਿਹੀਆਂ ਖੇਡਾਂ ਸਤਿਗੁਰੂ ਰੋਜ਼ ਵਰਤਾਉਂਦੇ ਨੇ। ਹਾਸ ਬਿਲਾਸ ਕਰਦੇ ਆ, ਹਾਸੇ ਦੇ ਆਮ ਜੀਵਨ ਦੇ ਬਚਨ ਕਰਦਿਆਂ ਕਰਦਿਆਂ ਗੁਰੂ ਨਾਨਕ ਦੇ ਪਿਤਾ ਜੀ ਅੱਗੇ ਸਫ਼ਰ ਉਲੰਘਦੇ ਨੇ। ਹਾਂਜੀ। ਮਾਰਗ ਜਾਤ ਉਬੈ ਪਸਚਾਤ, ਸੁਣੈ ਸ਼ੁਭ ਬਾਤ ਸੰਦੇਹ ਨਿਵਾਰੈ। ਅੱਗੇ ਚੱਲਦੇ ਨੇ ਸਤਿਗੁਰੂ, ਮਗਰ ਚੱਲਦੇ ਨੇ ਭਾਈ ਮਰਦਾਨਾ ਜੀ ਹੋਰੀ, ਤੇ ਗੁਰੂ ਪਿਤਾ ਮਹਾਰਾਜ ਜੀ ਦੇ ਬਚਨ ਸੁਣਦੇ ਨੇ। ਸੁਣੇ ਸ਼ੁਭ ਬਾਤ ਸੰਦੇਹ ਨਿਵਾਰੈ। ਤੇ ਗੁਰੂ ਦੇ ਬਚਨਾਂ ਵਿੱਚ ਕੀ ਹੈ? ਗੁਰੂ ਦੇ ਬਚਨਾਂ ਦੇ ਵਿੱਚੋਂ ਸੰਦੇਹ ਮਿਟਦੇ ਨੇ, ਜਿਹਨੂੰ ਆਪਾਂ ਕਹਿੰਦੇ ਭਰਮ, ਵਹਿਮ, ਸੰਸ਼ੇ। ਉਹ ਗੱਲਾਂ ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਅਸਮੰਜਸ ਨੇ, ਉਹ ਖਤਮ ਹੋ ਜਾਂਦੀਆਂ ਨੇ। ਅਸੀਂ ਕਈ ਬੰਦਿਆਂ ਨੂੰ ਬਹੁਤ ਵੱਡਾ ਸਮਝਦੇ ਹਾਂ, ਔਰ ਅਸੀਂ ਕਹਿੰਦੇ ਹਾਂ ਕਿ ਬੰਦਾ ਤੇ ਜੀ ਡਿਸੀਜਨ ਮੇਕਰ ਹੈ, ਇਸ ਬੰਦੇ ਦੀ ਕੁਆਲਿਟੀ 1 ਮਿੰਟ 'ਚ ਫੈਸਲਾ ਕਰ ਲੈਂਦਾ ਹੈ। ਸਿੱਖ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਹੈ। ਤੁਸੀਂ ਜਦੋਂ ਵੀ ਕਥਾ ਸੁਣਦੇ ਹੋਵੋਗੇ, ਅਕਸਰ ਮੇਰੀ ਇਹੀ ਬੇਨਤੀ ਹੁੰਦੀ ਹੈ, ਸਿੱਖ ਹੈ ਹੀ ਉਹ ਜਿਹਦੇ ਜੀਵਨ ਵਿੱਚ 2 ਚੀਜ਼ਾਂ ਨਹੀਂ, ਨਾ ਭਰਮ ਨਾ ਭੇਖ। ਠੀਕ ਹੈ, ਜੋ ਕੁਝ ਹੈਗਾ ਤੁਸੀਂ ਦੁਨੀਆ ਵਿੱਚ ਵਿਖਾਓ, ਜੋ ਹੈਗਾ ਉਹ ਵਿਖਾਉਣਾ ਚਾਹੀਦਾ। ਦੂਜੀ ਗੱਲ, ਵਹਿਮ ਭਰਮ ਬਿਲਕੁਲ ਨਹੀਂ ਕਰਨਾ ਚਾਹੀਦਾ। ਇਹਨੂੰ ਗੁਰੂ ਨਾਨਕ ਦੇ ਘਰ ਵਿੱਚ ਕੋਈ ਥਾਂ ਨਹੀਂ ਹੈ। ਸਤਿਗੁਰੂ ਦੇ ਬਚਨ ਜਿਹੜੇ ਨੇ, ਜੇ ਅਜੇ ਵੀ ਨਹੀਂ ਗੱਲ ਬਣੀ ਤੇ ਸਤਿਗੁਰੂ ਦੀ ਬਾਣੀ ਲਿਖ ਲਓ। ਕਬੀਰ ਮਾਏ ਮੁੰਡੋਂ ਤੈ ਗੁਰੂ ਕੀ, ਜਾਂ ਤੇ ਭਰਮ ਨਾ ਜਾਏ। ਜਿਹੜਾ ਗੁਰੂ ਤੁਹਾਡੇ ਜੀਵਨ ਦੇ ਭਰਮ ਨਹੀਂ ਮੁਕਾਉਂਦਾ, ਉਸ ਗੁਰੂ ਦੀ ਮਾਂ ਦਾ, ਜਿਹਨੇ ਉਸ ਗੁਰੂ ਨੂੰ ਜੰਮਿਆ, ਕਹਿੰਦੇ ਸਿਰ ਮੁੰਨ ਦੇਣਾ ਚਾਹੀਦਾ ਹੈ। ਇਹ ਪੰਕਤੀ ਫਿਰ ਸੁਣ ਲੈਣਾ। ਕਬੀਰ ਮਾਏ ਮੁੰਡੋਂ ਤੈ ਗੁਰੂ ਕੀ, ਜਾਂ ਤੇ ਭਰਮ ਨਾ ਜਾਏ। ਆਪ ਡੁੱਬੇ ਚੌਬੇਦ ਮੇ ਚੇਲੇ ਦੀਏ ਬਹਾਏ। ਅੱਜ ਤੁਸੀਂ ਵੇਖੋ, ਕਈ ਬੰਦਿਆਂ ਦੀ ਸਾਰੀ ਜ਼ਿੰਦਗੀ ਕਰਮਕਾਂਡੀ ਬਣ ਚੁੱਕੀ ਹੈ। ਘਰ ਦਾ ਮੂੰਹ ਇੱਧਰ ਨਹੀਂ ਕਰਨਾ, ਬਾਰੀ ਇੱਧਰ ਨਹੀਂ ਰੱਖਣੀ, ਕੁਰਸੀ ਇੱਥੇ ਨਹੀਂ ਡਾਉਣੀ, ਮੰਜਾ ਇੱਥੇ ਨਹੀਂ ਡਾਉਣਾ, ਇੱਧਰ ਹੋ ਕੇ ਕਾਰ ਵਿੱਚ ਨਹੀਂ ਬਹਿਣਾ, ਇੱਧਰ ਨੂੰ ਮੂੰਹ ਕਰਕੇ ਰੋਟੀ ਨਹੀਂ ਖਾਣੀ। ਬੜੇ ਲੋਕ ਨੇ, ਮੈਂ ਤਾਂ ਇੱਥੋਂ ਤੱਕ ਵੀ ਸੁਣਿਆ, ਲੋਕ ਹਸਪੀਟਲ ਵੀ ਜਾਣ, ਉੱਥੇ ਵੀ ਕਹਿੰਦੇ ਨੇ ਵੀ 4 ਦੇ ਨਾਲ ਜਿਹੜਾ ਡਿਵਾਈਡ ਹੋ ਜਾਏ, ਕਹਿੰਦੇ ਉਹ ਕਮਰਾ ਨਹੀਂ ਲੈਣਾ। ਜਿਵੇਂ 4 ਨੰਬਰ ਨਹੀਂ ਲੈਣਾ, 16 ਨਹੀਂ ਲੈਣਾ, 8 ਨਹੀਂ ਲੈਣਾ, 12 ਨਹੀਂ ਲੈਣਾ, ਨਹੀਂ ਤੇ 4 ਬੰਦਿਆਂ ਦੇ ਮੋਢੇ ਤੇ ਚੜ੍ਹਨਾ ਪਏਗਾ। ਵੇਖੋ ਕਿੰਨੀਆਂ ਅਜੀਬ ਗੱਲਾਂ ਲੋਕ ਜੀਵਨ ਦੇ ਵਿੱਚ ਪਾਲ ਕੇ ਬੈਠੇ ਹੋਏ ਨੇ। ਸਤਿਗੁਰੂ ਦੀ ਬਾਣੀ ਨੂੰ ਸੁਣੋਗੇ ਤਾਂ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ ਮਨ ਕੀ ਦੁਬਦਾ ਬਿਨ ਸਜਾਏ। ਹਰ ਪਰਮ ਪਦ ਲਈਏ। ਜੇ ਮਨ ਦੀ ਦੁਬਦਾ ਨਹੀਂ ਮਿਟੀ ਤੇ ਸਮਝ ਲੈਣਾ ਤੁਹਾਨੂੰ ਅਜੇ ਗੁਰੂ ਨਹੀਂ ਮਿਲਿਆ। ਬੜੀ ਦੁਬਦਾ ਲੋਕਾਂ ਦੇ ਜੀਵਨ ਵਿੱਚ। ਚਲੋ ਮੰਨ ਵੀ ਲਈਏ ਕਿ ਚਲੋ ਜੀ ਇਸ ਵਹਿਮਾਂ ਭਰਮਾਂ ਦੀ ਜ਼ਿੰਦਗੀ ਵਿੱਚ ਚਲੇ ਜਾਣਾ ਚਾਹੀਦਾ ਹੈ। ਪੁੱਛੋ ਇਹਦਾ ਇਲਾਜ ਕੀ ਹੈ?
ਇਹਨਾਂ ਚੀਜ਼ਾਂ ਦਾ ਇਲਾਜ ਵੀ ਕੋਈ ਨਹੀਂ ਹੈਗਾ। ਇਸੇ ਕਰਕੇ ਸਤਿਗੁਰੂ ਨੇ ਇੱਕੋ ਗੱਲ ਵਿੱਚ ਸਾਰਾ ਹੀ ਸਾਨੂੰ ਸਮਝਾ ਦਿੱਤਾ ਹੈ ਕਿ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਜੋ ਹੋਣਾ ਹੈ ਹੋ ਕੇ ਰਹਿਣਾ ਹੈ, ਕੌਣ ਰੋਕ ਸਕਦਾ ਹੈ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾ। ਜਾਂ ਤੇ ਕਹੋ ਗੁਰਬਾਣੀ ਝੂਠ ਬੋਲਦੀ ਹੈ, ਤੇ ਜੇ ਗੁਰਬਾਣੀ ਸੱਚ ਬੋਲਦੀ ਹੈ ਤੇ ਲੇਖ ਨਹੀਂ ਮਿਟਦੇ। ਜੈਸੀ ਕਲਮ ਬੂੜੀ ਹੈ ਮਸਤਕ, ਅੱਜ ਜਿਹੜੀ ਰੱਬ ਦੀ ਕਲਮ ਮੱਥੇ ਤੇ ਲਿਖ ਦਿੱਤੀ ਗਈ ਹੈ ਨਾ, ਜਿਹੜੇ ਅੱਖਰ ਮੱਥੇ ਦੇ ਉੱਪਰ ਉਕਰ ਦਿੱਤੇ ਗਏ ਨੇ। ਕਦੇ ਤੁਸੀਂ ਵੇਖਿਆ ਕਿ ਕੋਈ ਬੰਦਾ ਆਪਣੇ ਪੈਰਾਂ ਨੂੰ ਹੱਥ ਮਾਰਦਾ ਹੋਵੇ? ਜਦੋਂ ਵੀ ਕੋਈ ਕੰਮ ਖਰਾਬੀ ਹੋਵੇ ਬੰਦਾ ਮੱਥੇ ਨੂੰ ਹੀ ਹੱਥ ਮਾਰਦਾ ਹੈ, ਕਹਿੰਦਾ ਮੇਰੇ ਤੇ ਲੇਖ ਹੀ ਸੜ ਗਿਆ, ਮੇਰੇ ਤੇ ਭਾਗ ਹੀ ਸੜ ਗਿਆ। ਇਹ ਕਲਮ ਜਿਹੜੀ ਹੈ ਨਾ, ਇਹ ਪ੍ਰਮਾਤਮਾ ਦੀ ਚੱਲ ਚੁੱਕੀ ਹੈ ਭਾਈ। ਹੁਣ ਤਾਂ ਸੱਚ ਇਹ ਹੈ ਕਿ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਹੁਣ ਤੇ ਨੱਕ ਨੱਥ ਹੈ, ਖਸਮ ਹੱਥ ਹੈ, ਕਿਰਤ ਦੇ ਧੱਕੇ ਨੇ, ਖਾਓ ਭਾਈ। ਫਿਰ ਤੁਸੀਂ ਕਹੋਗੇ ਵੀ ਜੇ ਜੋ ਕੁਝ ਹੋਣਾ ਹੋ ਰਿਹਾ ਹੈ, ਤੇ ਫਿਰ ਮੰਦਰ ਜਾਣ ਦੀ ਕੀ ਲੋੜ ਹੈ, ਫਿਰ ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਫਿਰ ਪਾਠ ਕਰਨ ਦੀ ਕੀ ਲੋੜ ਹੈ, ਫਿਰ ਦਾਨ ਪੁੰਨ ਕਰਨ ਦੀ ਕੀ ਲੋੜ ਹੈ, ਫਿਰ ਐਵੇਂ ਝਾੜੂ ਮਾਰਨ ਦੀ, ਲੋਕਾਂ ਦੇ ਜੋੜੇ ਝਾੜਨ ਦੀ ਕੀ ਲੋੜ ਹੈ? ਇੱਕ ਸਵਾਲ ਤੇ ਆਏਗਾ ਨਾ ਮਨ ਵਿੱਚ, ਫਿਰ ਕੀ ਲੋੜ ਹੈ? ਨਹੀਂ, ਫਿਰ ਸਮਝ ਆਏਗੀ ਲੋੜ ਹੈ ਕਿ ਜੇ ਰੱਬ ਨੇ ਜੋ ਕਰਨਾ ਹੈ ਸੋ ਕਰਨਾ ਹੀ ਕਰਨਾ ਹੈ, ਤੇ ਉਸ ਭਾਣੇ ਨੂੰ ਕਿਵੇਂ ਮਿੱਠਾ ਕਰਕੇ ਮੰਨਿਆ ਜਾਏ, ਉਸ ਰਜਾ ਵਿੱਚ ਕਿਵੇਂ ਰਾਜੀ ਰਿਹਾ ਜਾਏ, ਉਸ ਹਾਲ ਦੇ ਵਿੱਚ ਵੀ ਸੁਖੀ ਕਿਵੇਂ ਰਿਹਾ ਜਾ ਸਕਦਾ ਹੈ? ਕੀ ਆਪ ਜੀ ਨੂੰ ਪਤਾ ਹੈ? ਆ ਜਿਹੜੇ ਅੱਜ ਕੱਲ੍ਹ ਜਿਵੇਂ ਡਿਜ਼ਨੀਲੈਂਡ ਹੈ, ਬੜੇ ਸਾਰੇ ਮੁਲਕਾਂ ਨੇ ਇਹੋ ਜਿਹੇ ਥਾਂ ਬਣਾਏ ਨੇ ਜਿੱਥੇ ਦੁਨੀਆ ਘੁੰਮਣ ਫਿਰਨ ਜਾਂਦੀ ਹੈ। ਅਰਬਾਂ ਖਰਬਾਂ ਰੁਪਈਆ ਉਹਨਾਂ ਦੀ ਆਮਦਨ ਹੈ, ਔਰ ਉਹਦੇ ਸਿਰ ਤੇ ਸਾਰਾ ਵਰਲਡ ਦਾ ਟੂਰਿਜ਼ਮ ਚੱਲਦਾ ਹੈ। ਹੁਣ ਉਹਦੇ 'ਚ ਕੀ ਹੈ ਕਿ ਉਹਦੇ ਵਿੱਚ ਬੜੀਆਂ ਸਾਰੀਆਂ ਰਾਈਡ ਹੁੰਦੀਆਂ ਨੇ। ਹੁਣ ਇੱਕ ਰਾਈਡ ਤੁਸੀਂ ਲੈ ਲਈ, ਹੁਣ ਉਹ ਕੀ ਕਰਦੇ ਨੇ, ਤੁਸੀਂ ਅੰਦਰ ਬੈਠੋਗੇ, ਅੰਦਰ ਕੁਰਸੀ ਹੈ, ਬੈਠੇ ਤੁਸੀਂ, ਉਹਨਾਂ ਕਹਿਣਾ ਜੀ ਬੈਲਟ ਲਾ ਲਓ। ਹੁਣ ਬੈਲਟ ਲਾ ਲਈ, ਹੁਣ ਮੂਵੀ ਸ਼ੁਰੂ ਹੋ ਗਈ। ਹੁਣ ਉਹ ਸਾਰੀ ਕੀ ਹੈ, ਉਹ ਸਿਰਫ ਜਿੱਥੇ ਕੁਰਸੀ ਦਾ ਬੇਸ ਹੈ, ਸਾਰੀ ਉਹਦੀ ਕਲਾਕਾਰੀ ਹੈ। ਉਹ ਕਦੇ ਕੁਰਸੀ ਥੱਲੇ ਜਾਂਦੀ ਹੈ, ਕਦੇ ਕੁਰਸੀ ਉੱਤੇ ਆਉਂਦੀ ਹੈ, ਕਦੇ ਕੁਰਸੀ ਹਿੱਲਣ ਲੱਗ ਜਾਂਦੀ ਹੈ, ਕਦੇ ਉਹ 'ਚ ਵਾਈਬ੍ਰੇਸ਼ਨ ਹੁੰਦੀ ਹੈ। ਜਿਹੜਾ ਬੰਦਾ ਪਹਿਲੀ ਵਾਰੀ ਜਾਂਦਾ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ। ਅੱਛਾ, ਜਿਹੜਾ ਬੰਦਾ ਦੂਜੀ ਵਾਰੀ ਜਾਂਦਾ ਹੈ ਉਹ ਹੱਸਦਾ ਹੈ ਵੀ ਆ ਤੇ ਗਏ ਨੇ ਇੰਡੀਆ ਤੋਂ ਘੁੰਮਣ। ਉਹਨੂੰ ਪਤਾ ਹੁੰਦਾ ਵੀ ਇਹ ਜਦੋਂ ਮੁੜ ਕੇ ਬਾਹਰ ਨਿਕਲਣਗੇ ਨਾ, ਤੇ ਇਹਨਾਂ ਕਹਿਣਾ ਭਰਾਵਾ ਮੁੜ ਕੇ ਨਾ ਲੈ ਕੇ ਆਵੀਂ। ਹੁਣ ਜਿਹਨੂੰ ਪਤਾ ਹੈ ਵੀ ਮੈਂ ਤੇ ਕੁਰਸੀ ਤੇ ਬੈਠਾ, ਹੋ ਤੇ ਕੁਛ ਵੀ ਨਹੀਂ ਰਿਹਾ, ਪਰ ਉਹਦੀ ਰਾਈਡ ਦੀ ਇੰਨੀ ਕਨਫਿਊਜ਼ਨ ਹੁੰਦੀ ਹੈ ਕਿ ਬੰਦੇ ਨੂੰ ਇਹ ਲੱਗਦਾ ਵੀ ਮੈਂ ਤੇ ਡੋਬੀ ਗਿਆ ਜੀ, ਮੈਂ ਤੇ ਮਾਰੀ ਗਿਆ ਜੀ, ਮੈਂ ਤੇ ਉੱਡੀ ਗਿਆ ਜੀ, ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਜੀ। ਹੁਣ ਜਿਹਨੂੰ ਪਤਾ ਉਹਨੂੰ ਕੁਛ ਵੀ ਨਹੀਂ ਹੁੰਦਾ, ਜਿਹਨੂੰ ਨਹੀਂ ਪਤਾ ਉਹਦੀ ਤਾਂ ਦੁਨੀਆ ਲੁੱਟ ਪੁੱਟ ਜਾਂਦੀ ਵਿਚਾਰੇ ਦੀ। ਫਰਕ ਇੰਨਾ ਹੀ ਹੈ। ਜਿਹਨੂੰ ਪਤਾ ਹੈ ਇੱਦਾਂ ਹੀ ਹੋਣਾ ਹੈ, ਉਹਨੂੰ ਕੁਝ ਨਹੀਂ ਹੁੰਦਾ। ਤੁਸੀਂ ਕਹੋਗੇ ਜੀ ਵੀ ਤੈਨੂੰ ਕਿਉਂ ਨਹੀਂ ਕੁਛ ਹੋਇਆ? ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਸੀ। ਅਗਰ ਤੁਹਾਨੂੰ ਆਉਣ ਵਾਲੇ ਟਾਈਮ ਦਾ ਪਹਿਲਾਂ ਪਤਾ ਹੋਏਗਾ, ਤੁਹਾਨੂੰ ਕੋਈ ਕਨਫਿਊਜ਼ਨ ਨਹੀਂ ਹੋਏਗਾ, ਕੋਈ ਸੰਸਾ ਨਹੀਂ ਹੋਏਗਾ। ਪਰ ਅਚਾਨਕ ਕੋਈ ਗੱਲ ਬਣੇਗੀ, ਤੁਸੀਂ ਭੈਭੀਤ ਹੋ ਜਾਓਗੇ ਵੀ ਇਹ ਕੀ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ
कि मार्ग या बिद सो कर अगर चले, गुरहास बिलास के वाक उचारे, मार्ग जात उबे पश्चात सुने, शुभ बात संदेह निवारै। गुरु दी शुभ बाणी सुनते ने ते अपने भरम मिटाउंदे ने। तुसी गुरुद्वारे आउंदे हो, इस करके मत आया करो भी जावांगे तो झोली भर जाएगी। झोली ओदी भी भर रही है जिहड़ा नहीं आ रहा। हुण तुसी कहोगे जी ये की कह दिता भाई साहब ने। हुण सुन लो, जान को देत अजान को देत, जमीन को देत जमान को दे है। वो तो सारिਆਂ ਨੂੰ दे रहा है, वो तो सबना जियां का एक दाता। ਜਿਹੜੇ ਮੰਦਰਾਂ ਗੁਰਦੁਆਰਿਆਂ ਵਿੱਚ ਜਾਂਦੇ ਰੱਬ ਉਹਨਾਂ ਨੂੰ ਵੀ ਦਿੰਦਾ, ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਵੀ ਦਿੰਦਾ, ਜਿਹੜੇ ਰੱਬ ਦਾ ਪਾਠ ਕਰਦੇ ਉਹਨਾਂ ਨੂੰ ਵੀ ਦਿੰਦਾ, ਜਿਹੜੇ ਰੱਬ ਨੂੰ ਗਾਲਾਂ ਕੱਢਦੇ ਉਹਨਾਂ ਨੂੰ ਵੀ ਦੇਈ ਜਾਂਦਾ। ਕਈ ਵਾਰੀ ਤੁਸੀਂ ਵੇਖਿਆ ਹੋਏਗਾ ਕਿ ਜਿਹੜੇ ਰੱਬ ਨੂੰ ਮੰਨਦੇ ਨੇ ਉਹ ਸਗੋਂ ਔਖੇ ਰਹਿੰਦੇ ਨੇ, ਤੇ ਜਿਹੜੇ ਖੁੱਲ੍ਹੇ ਹੀ ਤੁਰੇ ਫਿਰਦੇ ਨੇ ਉਹ ਸਾਨੂੰ ਇੱਦਾਂ ਲੱਗਦਾ ਵੀ ਇਹ ਤੇ ਮौज ਕਰਦੇ ਨੇ। ਉਹਦੇ ਵਿੱਚ ਵੀ ਫਰਕ ਹੈ, क्योंकि इस धर्म जेड़ा ये बड़े चिंतन का विषय सबजैक्ट है। मैनू किसी सज्जन ने गल समझाई सी, क्योंकि सवाल मेरे मन च भी है कि मैं भी वेख्या बाणी पढ़न वालियां नू दुख बहुते भोगने पैंदे ने, ते जिहड़े वो पाठ करते हैं भी खाओ पीओ ऐश करो सज्जणों, खाओ पीओ मौज करो सज्जणों, वो वाकई सारी दिहाड़ी सारी जिंदगी इदां ही तुरे फिरदे ने ते मरन लग्गियां भी झाटी मर जाते हैं। ना हॉस्पिटल जान, ना उन्होंने कोई टीका लगे, ना ग्लूकोज लगे, ना वेंटीलेटर लगे, कुछ भी नहीं होंदा। फिर एक सियाणे बंदे ने समझाया, कहन लगे भाई साहब फर्क है। मैं कहा दसो। कहते एक वो बंदा है जिहड़ा पाठ पूजा करके रोज़ कहता भी परमात्मा हुण मेरी 84 कट दिओ, मेरे कर्म रोग जिहड़े ने वो कट दिओ। कहता वो फिर की करदा, वो इत्थे सारा कुछ भोग लैंदा है, अगों मुक्त होके चला जाता है। एक बंदा वो होंदा है, वो कहता जी नहीं पिछला जो लैन देन है उन्होंने खड़ा रहने दिओ, अगों मेरे नाल तुसी नगद व्यापार कर लो। जिहड़े करजाई लोग हो जाते हैं वो तकरीबन थ्योरी अडाप्ट करते हैं भी जिवें किसी का 2-4 करोड़ देना होवे, वो कहता जी भी वो तो जदों मैं होएगा देंगा, तो तुसी अगे तो इदां करो भी मैं तुहानूं जिन्ने पैसे देवां उन्ना समान दे दिया करो। ਉਹਦੇ ਨਾਲ ਕੀ ਹੋਇਆ, ਕਰਜ਼ਾ ਤੁਹਾਡਾ ਦੇਣਦਾਰੀ ਖੜੀ ਹੋ ਉਹ ਅੱਗੇ ਜਾ ਕੇ ਦੇਣੀ ਪੈਗੀ, ਤੁਹਾਨੂੰ ਦੇਣੀ ਤਾਂ ਪੈਣੀ ਹੈ। ਕਈ ਲੋਕ ਆਪਣਾ ਕਰਜ਼ਾ ਮੁਕਾ ਕੇ ਜਾਂਦੇ ਨੇ, ਜਿਹੜੇ ਮੁਕਾ ਕੇ ਜਾਂਦੇ ਨੇ ਉਹ ਇੱਥੇ ਦੁੱਖ ਭੋਗ ਕੇ ਵੀ ਜਾਂਦੇ ਨੇ, ਤੇ ਕਈ ਆਪਣਾ ਕਰਜ਼ਾ ਖੜਾ ਰੱਖਦੇ ਨੇ ਵੀ ਕੋਈ ਨਹੀਂ ਅਗਲੀ ਜੂਨੀ 'ਚ ਫਿਰ ਵੇਖੀ ਜਾਏਗੀ। ਸੋ ਇਸ ਕਰਕੇ ਇਹ ਗੱਲ ਧਰਮ ਦੀ ਦੁਨੀਆ ਤੋਂ ਸਮਝਣ ਦੀ ਲੋੜ। गुरु को आओगे जीवन दे भरम मिट जाणगे, कोई संसा नहीं रहेगा। बिल्कुल धर्म एक दर्पण है, एक शीशा है। तुसी किसी भैन भरा नूं पुछोगे, पति पत्नी नूं पुछोगे, माता पिता नूं भी पुछोगे भी मेरी पग कैसी है, मेरा कोट कैसा है, मेरी पेंट कैसी है, मेरी लुक कैसी है, कोई नहीं कहेगा भैड़ी है, पर शीशा नहीं जो माफ़ करेगा। शीशे ने जो कुछ है पूरा ही दस देना है, कोई दाग होया वो भी विखा देना है, उन्हें भी आ लगा होया तेरे भाई। गुरबाणी दर्पण है, धर्म शीशा है, इन्हें तुहाडे नाल कोई लकाश कप छुपा नहीं करना, इन्हें तुहानू जीवन का सच समझाउणा है। हाँ जी। ਮੰਦਹਿ ਮੰਦ ਚਲੇ ਗਤ ਪੰਦ, ਆਨੰਦ ਭਈ ਪੁਰ ਗ੍ਰਾਮ ਨਿਹਾਰੈ। ਹੌਲੀ ਹੌਲੀ ਚੱਲਦੇ ਚੱਲਦੇ ਪਿੰਡ ਨਗਰ ਸ਼ਹਿਰ ਸਤਿਗੁਰੂ ਜੀ ਉਲੰਘਦੇ ਨੇ। ਹਾਂਜੀ। ਗਾਉ ਬਸਹਿ ਨਿਸ ਬਾਸੁਰ ਮੈਂ ਚੱਲ, ਦੇ ਉਪਦੇਸ਼ ਕਿਤੇ ਨਰ ਤਾਰੈ। ਜੇ ਰਾਤ ਪੈਂਦੀ ਹੈ ਤੇ ਰੁਕ ਜਾਂਦੇ ਨੇ, दिन आउंदा है तो चल पैंदे ने। हुण ये जिंदगी च कितना सीखण वाला सबक है, तो साडे च कई लोग बिल्कुल ही उल्ट ने। मैं बड़े लोगों को सुने असी जी दरबार साहब चले हैं। मैं कदों चलोगे? राती चलांगे जी 9 बजे। हुण की करनगे पता तुहानूं? राती 9 बजे तुर पैणगे, सवेरे 5 बजे जाके सौ जाणगे।
तो पुछो दरबार साहब कदों मत्था टेकना? मत्था उन्हें 12 वजे ही टेकना है। तो पुछो भी सारी रात फाहे क्यों लगे तुसी बई? जे 12 वजे ही मत्था टेकना सी तो तुसी सवेरे 5 वजे तुरदे, 12 वजे तो मत्था फिर भी टेक लेना सी। भी रात नूं तो सौ लैंदे। रात रब ने सौण वास्ते बनाई है, ट्रैवलिंग वास्ते नहीं बनाई। ਜਿਹੜੇ ਬੰਦੇ ਡੇ ਨਾਈਟ ਦੀਆਂ ਸ਼ਿਫਟਾਂ ਦੀਆਂ ਡਿਊਟੀਆਂ ਕਰਦੇ ਨੇ ਉਹਨਾਂ ਨੂੰ ਪੁੱਛ ਕੇ ਵੇਖ ਲੈਣਾ। ਉਹ ਅਮੂਮਨ ਜਿਹੜੇ ਲੋਕ ਰਾਤ ਨੂੰ ਸੌਂਦੇ ਨੇ ਉਹਨਾਂ ਦੇ ਬਰਾਬਰ ਕਦੇ ਹੈਲਦੀ ਨਹੀਂ ਹੋ ਸਕਦੇ, ਸਿਹਤਮੰਦ ਨਹੀਂ ਹੋ ਸਕਦੇ। ਕੁਦਰਤ ਦੀ ਇੱਕ ਨਿਯਮਾਵਲੀ ਹੈ। ਆਪ ਜੀ ਨੂੰ ਪਤਾ ਹੋਣਾ ਚਾਹੀਦਾ ਕਿ ਆਕਸੀਜਨ ਸਵੇਰੇ 5 ਵਜੇ ਤੋਂ ਬਾਅਦ ਸ਼ੁਰੂ ਹੁੰਦੀ ਹੈ। ਹੁਣ ਕਈ ਐਸੇ ਵੀ ਨਹੀਂ ਰਾਤੀ 2 ਵਜੇ ਉੱਠ ਕੇ ਸੈਰ ਕਰਨ ਚੱਲੇ ਜੀ ਅਸੀਂ। ਤੁਹਾਨੂੰ ਕਦੇ ਕੋਈ ਸਿਆਣਾ ਡਾਕਟਰ ਨਹੀਂ ਕਹੇਗਾ, ਉਹ ਕਹੇਗਾ 5 ਵਜੇ ਤੋਂ ਬਾਅਦ ਜਾਇਓ, ਤੁਹਾਨੂੰ ਤਾਜ਼ੀ ਹਵਾ ਮਿਲੇਗੀ। ਤੁਹਾਡੇ ਸਰੀਰ ਵਾਸਤੇ, ਤੁਹਾਡੇ ਫੇਫੜਿਆਂ ਵਾਸਤੇ ਉਹ ਜ਼ਰੂਰੀ ਹੈ। ਇਸੇ ਕਰਕੇ ਤੁਸੀਂ ਜਦੋਂ ਉਸ ਟਾਈਮ ਜਾਂਦੇ ਹੋ 5, 5:30, 6 ਵਜੇ, ਤੁਹਾਨੂੰ ਨਹੀਂ ਲੱਗਦਾ ਵੀ ਕਿੰਨਾ ਸਾਹ ਸੌਖਾ ਆ ਰਿਹਾ, ਕਿੰਨਾ ਤੁਸੀਂ ਆਪਣੇ ਆਪ ਨੂੰ ਹੌਲਾ ਫੀਲ ਕਰਦੇ ਹੋ। ਪਰਮਾਤਮਾ ਦੀ ਨੇਚਰ ਦੀ ਜਿਹੜੀ ਚੀਜ਼ ਹੈ ਉਹਨੂੰ ਸਮਝਣ ਦੀ ਲੋੜ ਹੈ। ਕੁਦਰਤ ਦੇ ਨਾਲ ਮੱਥਾ ਨਹੀਂ ਮਾਰਨਾ ਚਾਹੀਦਾ, ਕੁਦਰਤ ਦੇ ਅਨੁਕੂਲ ਚੱਲਣਾ ਚਾਹੀਦਾ ਹੈ। ਅਗਰ ਤੁਸੀਂ ਕੁਦਰਤ ਦੇ ਅਨੁਕੂਲ ਚੱਲੋਗੇ ਤੇ ਕਿੰਨੇ ਸੁੱਖ ਤੇ ਜੀਵਨ ਵਿੱਚ ਵੈਸੇ ਹੀ ਆ ਜਾਣਗੇ ਭਾਈ। ਖਾਣ ਪੀਣ ਦਾ ਮਾਮਲਾ ਹੈ, ਇੱਥੇ ਆ ਜਾਓ ਤੁਸੀਂ। ਜੋ ਰੁੱਤ ਦੇ ਮੇਵੇ ਨੇ ਉਹ ਖਾਓ, ਜਿਹੜੀਆਂ ਬੇਰੁੱਤੀਆਂ ਚੀਜ਼ਾਂ ਨੇ ਮੂੰਹ ਹੀ ਨਾ ਲਾਓ ਉਹਨਾਂ ਨੂੰ। ਤੁਸੀਂ ਵੇਖੋ ਕਿੰਨੇ ਸੁੱਖ ਨੇ। ਪਰ ਸਾਡਾ ਤੇ ਕੰਮ ਹੀ ਇਹ ਵੀ ਜਿਹੜੀ ਚੀਜ਼ ਮਹਿੰਗੀ ਲੈ ਕੇ ਖਾਣੀ ਤੇ ਮਹਿੰਗੀ ਤੇ ਫਿਰ ਬੇਰੁੱਤੀ ਹੋਏਗੀ, ਫਰੀਜ਼ਰ 'ਚੋਂ ਆਏਗੀ। तो सच्चे पातशाह महाराज गाँव बसै निस बासर मैं चल दे उपदेश किते नर तारें। रब ने दिन तुरन वास्ते बनाया है, दिन काम करन वास्ते बनाया है, रात बड़े सुख पते विच सौण वास्ते बनाई है। हाँ जी। कावरु देश कियो परवेश भलह दरवेश को बेस बनाए। इस तरह सतगुरु जी हुण चलदे चलदे कावरू देश पहुंचे ने। भला देश है और वखरी किस्म का उन्हां लोकां दा पहरावा है, खाण पीण है। हाँ जी। मंत्रण जंत्रण तंत्रण की निद जो रस मंत्रण को जह थाए। इत्थे मंत्रां दा, जंत्रां दा, तंत्रां दा बड़ा ही जोर है। सारी दुनिया इसे काम जी पई हुई है। सब लोग मंत्रां तंत्रां दे विच प्रवृत्त ने। हाँ जी। आए गयो टिग ही नगरा गुर बैस गए तर की एक छाए। जदों नगर नेड़े आ गया ते सतगुरु नगरी तो बाहर एक वृक्ष दे थल्ले बैठ गए। एक शानदार दरख्त वेखिया, उत्थे सतगुरु जी ने अपना आसन कर लिया। हाँ जी। बीता मुहूर्त एक गयो मर्दान तबे मुख वाक अलाए। एक मुहूर्त समा, एक घड़ी। एक मुहूर्त का भाव है एक घड़ी। जिवें आपां कहने भी इसते मुहूर्त कढ़ाया जी, काम करन दा वक़्त, तो वो वक़्त कितना है कि ये 23 साढ़े 23 मिनट च काम हो जाना चाहिए। मुहूर्त का अर्थ होंदा है जिवें आपां तरीक कढ़ाउने आ, डेट कढ़ाउने आ, इवें लोग टाइम भी कढ़ा लैंदे ने भी किहड़े दिन किन्ने वजे काम करना चाहिए। अंध विश्वास की दुनिया में जाओगे तो गल्लां बड़ियां मायना रखदियां ने। गुरु नानक दे पिता कावरू देश की नगरी दे बाहर बैठे ने। एक मुहूर्त समा गुजरिया, तकरीबन एक घड़ी का समा बतीत हो गया। हाँ जी। हे प्रभ जी एह सुंदर देश तरोवर भांत अनेक खरे। भाई मरदाने ने वेख्या भी देश बड़ा सोहना है, उत्थे पेड़ पौधे बहुत ने, फलदार पौधे बड़े ने। भाई मरदाना जी कहन लगे बाबा देश बड़ा सोहना है, इत्थे तो सैल करनी चाहिए है, घूमना फिरना चाहिए। हाँ जी।
ਭੁੰਗ ਤੰਬੂਲਨ ਤਾਲ ਤਮਾਲ ਵਿਸਾਲ ਭਲੇ ਦਰ ਸੁਹੈ ਹਰੇ। ਹੁਣ ਇੱਥੇ ਜਿਹੜੇ ਦਰਖਤ ਸੀ ਉਹਦੇ ਵਿੱਚ ਸੁਪਾਰੀ ਦੇ, ਪਾਨ ਦੇ ਇਹ ਪੌਦੇ ਵੀ ਸੀ, ਇਦਾਂ ਦੇ ਪੇੜ ਰੁੱਖ ਵੀ ਸੀ। ਤੋ ਪੁੰਗ ਤੰਬੂਲਨ ਤਾਲ ਤਮਾਲ ਵਿਸਾਲ ਭਲੇ ਦਲ ਸੋਹੇ ਹਰੇ, ਹਰੇ ਹਰੇ ਕਈ ਪ੍ਰਕਾਰ ਦੇ ਨਵੇਂ ਨਵੇਂ ਬ੍ਰਿਕਸ਼, ਦਰਖਤ, ਪੇੜ ਭਾਈ ਮਰਦਾਨਾ ਜੀ ਨੇ ਵੇਖੇ ਨੇ। ਹਾਂਜੀ। ਸਾਖ ਝੁਗੀ ਫਲ ਪੀਪਣ ਸੌ ਕਦਲੀ ਕ ਬਗੀਚਣ ਬ੍ਰਿੰਦ ਜਰੇ। ਇੱਥੇ ਕੇਲਿਆਂ ਦੇ ਬੜੇ ਬਾਗ ਸੀ, ਹੋਰ ਵੀ ਜਿਹੜੇ ਪੌਦੇ ਨੇ ਉਹਨਾਂ ਨੂੰ ਮੋٹے ਮੋٹے ਫਲ ਲੱਗੇ ਨੇ। ਫਲ ਇੰਨੇ ਲੱਗੇ ਨੇ ਵੀ ਉਹਨਾਂ ਦੀਆਂ ਸ਼ਾਖਾ ਝੁਕੀਆਂ ਹੋਈਆਂ ਨੇ। ਫਲ ਦੇ ਨਾਲ ਦਰਖਤ ਜਿਹੜੇ ਸੀ ਉਹ ਝੁਕੇ ਹੋਏ ਨੇ ਧਰਤੀ ਵੱਲ। ਹਾਂਜੀ। ਜੇ ਨਰ ਨਾਰ ਸਰੀਰ ਮੈਂ ਚੀਰਨ ਆਣ ਹੀ ਰੀਤ ਸੁਤਾਹੇ ਤਰੇ। ਜੇ ਨਰ ਨਾਰ ਸਰੀਰ ਮੈਂ ਚੀਰਨ ਆਣ ਹੀ ਰੀਤ ਸੋ ਤਾਹੇ ਧਰੇ। ਜੇ ਉਥੋਂ ਦੇ ਇਸਤਰੀਆਂ ਪੁਰਖਾਂ ਨੂੰ ਵੇਖਿਆ, ਉਹਨਾਂ ਦੇ ਕੱਪੜੇ ਪਾਉਣ ਦਾ ਢੰਗ ਵੱਖਰਾ ਸੀ। ਉਹ ਅਜੀਬ ਢੰਗ ਦੇ ਨਾਲ ਕੱਪੜੇ ਪਹਿਨਦੇ ਸੀ। ਅੱਜ ਵੀ ਤੁਸੀਂ ਵੇਖੋ ਦੁਨੀਆ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਵੱਖਰੀਆਂ ਨੇ। ਹਰ ਮੁਲਕ ਦਾ ਖਾਣਾ ਪਹਿਨਣਾ ਵੱਖਰਾ ਹੈ, ਹਰ ਮੁਲਕ ਦਾ ਪਹਿਰਾਵਾ, ਬੋਲੀ ਸਭ ਦੀ ਵੱਖਰੀ ਵੱਖਰੀ ਹੈ। ਇੱਥੇ ਵੀ ਵੱਖਰੀ ਕਿਸਮ ਦੇ ਪਹਿਰਾਵੇ ਵਾਲੇ ਲੋਕ ਭਾਈ ਮਰਦਾਨੇ ਨੇ ਵੇਖੇ ਨੇ। ਆਇਸ ਦੇਹੋ ਜਾਹੂ ਮੈਂ ਪੁਰ ਹੀਰ ਆਹਾਰ ਕਰੋ ਕੇ ਥਾਨਾ। ਸਤਿਗੁਰੂ ਆਪ ਜੀ ਆਗਿਆ ਦਿਓ, ਮੈਂ ਨਗਰੀ ਘੁੰਮਾਵਾਂ, ਵੇਖ ਆਵਾਂ। ਮੈਂ ਵੇਖਾਂ ਜੇ ਕਿਤੇ ਭੋਜਨ ਮਿਲਦਾ ਹੋਵੇ ਤਾਂ ਤੇ ਮੈਂ ਨਾਲੇ ਭੋਜਨ ਵੀ ਕਰ ਲਵਾਂ, ਵੀ ਜੇ ਕਿਤੇ ਰੋਟੀ ਮਿਲੇ ਤੇ ਖਾ ਲਵਾਂ। ਸਤਿਗੁਰੂ ਆਗਿਆ ਦਿਓ, ਮੈਂ ਨਗਰੀ ਵਿੱਚ ਜਾਣਾ ਚਾਹੁੰਦਾ। ਆਇਸ ਦੇਵੋ ਜਾਵੋ ਮੈਂ ਪੁਰ ਹੀਰ ਆਹਾਰ ਕਰੋ ਕੇ ਥਾਨਾ। ਕਿਤੇ ਵੇਖਾਂ ਕੋਈ ਖਾਣ ਪੀਣ ਵਾਲੀ ਕੋਈ ਚੀਜ਼ ਮਿਲ ਜਾਏ ਤਾਂ। ਹਾਂਜੀ। ਪੂਰ ਸ਼ੁਦਾ ਮੁਝ ਲਾਗ ਰਹੀ ਨਹਿ ਕੂਰ ਕਹੋ ਤੁਮਰੇ ਅਗਵਾਨਾ। ਦਾਤਾ ਮੈਨੂੰ ਭੁੱਖ ਬਹੁਤ ਲੱਗੀ ਹੈ, ਮੈਂ ਝੂਠ ਨਹੀਂ ਬੋਲਦਾ ਤੁਹਾਡੇ ਸਾਹਮਣੇ। ਭੁੱਖ ਲੱਗੀ ਹੈ, ਮਨ ਕੁਝ ਖਾਣ ਨੂੰ ਕਰ ਰਿਹਾ ਹੈ। ਜੇ ਆਗਿਆ ਦਿਓ ਤੇ ਮੈਂ ਤੁਰ ਫਿਰ ਵੀ ਆਵਾਂ ਤੇ ਖਾ ਪੀ ਵੀ ਆਵਾਂ। ਸ਼੍ਰੀ ਮੁਖ ਵਾਕ ਕਹੇ ਤਹਿ ਸੋ ਨਹਿ ਜਾਹੋ ਜਹਾਂਪੁਰ ਮਹਿ ਮਰਦਾਨਾ। ਗੁਰੂ ਨਾਨਕ ਦੇ ਪਿਤਾ ਮਹਾਰਾਜ ਕਹਿਣ ਲੱਗੇ, ਮਰਦਾਨਿਆ ਨਹਿ ਜਾਵੋ ਜਹਾਂਪੁਰ ਮੈਂ ਮਰਦਾਨਾ। ਮਰਦਾਨਾ ਇਹ ਪਿੰਡ ਠੀਕ ਨਹੀਂ, ਸ਼ਹਿਰ ਠੀਕ ਨਹੀਂ ਹੈ, ਇਹ ਨਗਰ ਠੀਕ ਨਹੀਂ, ਇੱਥੇ ਤੂੰ ਨਾ ਜਾ। ਇਸ ਨਗਰ ਵਿੱਚ ਘੁੰਮਣਾ ਫਿਰਨਾ ਇਹ ਠੀਕ ਨਹੀਂ, ਇੱਥੋਂ ਦੇ ਲੋਕ ਠੀਕ ਨਹੀਂ, ਇੱਥੇ ਨਹੀਂ ਜਾਣਾ ਚਾਹੀਦਾ। ਹਾਂਜੀ। ਜਾਨ ਹਿਰਦੇ ਦੁਖ ਦਾਨ ਸਥਾਨ ਨਾ ਲਾਇਕ ਜਾਨ ਕੇ ਮਾਨ ਸੁਜਾਨਾ। ਜਾਨ ਹਿਰਦੇ ਦੁਖ ਦਾਨ ਸਥਾਨ ਨ ਲਾਇਕ ਜਾਣ ਕੇ। ਇਹ ਨਗਰੀ ਦੁੱਖ ਦੇਣ ਵਾਲੀ ਨਗਰੀ ਹੈ। ਇਹ ਨਗਰੀ ਜਾਣ ਦੇ, ਘੁੰਮਣ ਫਿਰਨ ਦੇ ਲਾਇਕ ਨਹੀਂ ਹੈ। ਇਸ ਕਰਕੇ ਮਾਨ ਸੁਜਾਨਾ, ਸਿਆਣਿਆ ਮਰਦਾਨਿਆ ਸਾਡੀ ਗੱਲ ਮੰਨ। ਤੇ ਕਿਉਂ ਭੁੱਖ ਦਾ ਬਹਾਨਾ ਬਣਾ ਰਹੇ ਹੈ? ਇਹ ਨਗਰ ਠੀਕ ਨਹੀਂ, ਇਹ ਦੁੱਖ ਦੇਣ ਵਾਲਾ ਨਗਰ ਹੈ, ਇਹ ਘੁੰਮਣ ਫਿਰਨ ਦੇ ਯੋਗ ਲਾਇਕ ਨਹੀਂ ਹੈ। ਹਾਂਜੀ। ਪੁਰ ਤੇ ਬਰਜੋ ਡਰ ਦੇ ਔਰ ਕੋ ਮੁਝ ਨਾ ਬਰ ਆਪ ਕਹੂੰ ਕਛ ਖਵਾਹਾ। ਪੁਰ ਤੇ ਬਰਜੋ ਡਰ ਦੇ ਔਰ ਕੋ ਮੁਝ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਗੱਲ ਤੇ ਕੁਝ ਵੀ ਨਹੀਂ। ਗੱਲ ਇਹ ਹੈ ਵੀ ਤੁਸੀਂ ਮੈਨੂੰ ਘੁੰਮਣ ਫਿਰਨ ਨਹੀਂ ਜਾਣ ਦੇਣਾ ਚਾਹੁੰਦੇ, ਇਸ ਕਰਕੇ ਮੈਨੂੰ ਡਰਾ ਰਹੇ ਹੋ ਵੀ ਸ਼ਹਿਰ ਮਾੜਾ ਹੈ। ਕਦੇ ਸ਼ਹਿਰ ਵੀ ਮਾੜੇ ਹੁੰਦੇ ਨੇ। ਘੁੱਗ ਵਸਦੇ ਸ਼ਹਿਰਾਂ ਦੇ ਵਿੱਚ ਮਾੜਾ ਥੋੜਾ ਹੋ ਸਕਦਾ। ਇੰਨੀ ਜਿੱਥੇ ਸੰਘਣੀ ਆਬਾਦੀ ਹੁੰਦੀ ਹੈ, ਬਹੁਤੇ ਲੋਕ ਰਹਿੰਦੇ ਨੇ, ਉੱਥੇ ਮਾੜਾ ਕਿਵੇਂ ਹੋ ਸਕਦਾ ਹੈ? ਕੱਲੀ ਕਾਰੀ ਥਾਂ ਤੇ ਕੋਈ ਗਲਤ ਗੱਲ ਹੋ ਸਕਦੀ ਹੈ?
ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਪੁਰ ਤੇ ਬਰਜੋ, ਪੁਰ ਕਹਿੰਦੇ ਨੇ ਸ਼ਹਿਰ ਨੂੰ, ਮੈਨੂੰ ਵਰਜਦੇ ਹੋ, ਡਰ ਦੇ ਔਰ ਕੋ, ਤੇ ਵਰਜਦੇ ਵੀ ਮੈਨੂੰ ਡਰਾ ਕੇ ਹੋ ਵੀ ਇਹ ਲੋਕ ਨਹੀਂ ਚੰਗੇ, ਪਿੰਡ ਨਹੀਂ ਚੰਗਾ, ਸ਼ਹਿਰ ਨਹੀਂ ਚੰਗਾ। ਨਾ ਬਰ ਆਪ ਕਹੂੰ ਕੁਛ ਖਵਾਹਾ, ਤੇ ਸੱਚੇ ਪਾਤਸ਼ਾਹ ਆਪ ਤੁਸੀਂ ਖਾਣ ਨੂੰ ਕੁਝ ਨਹੀਂ ਦਿੰਦੇ ਮੈਨੂੰ, ਆਪ ਤੁਸੀਂ ਖਾਣਾ ਕੁਝ ਨਹੀਂ, ਤੁਹਾਨੂੰ ਭੁੱਖ ਲੱਗਦੀ ਕੋਈ ਨਹੀਂ, ਮੈਨੂੰ ਲੱਗੀ ਹੈ ਮੈਨੂੰ ਤੁਸੀਂ ਜਾਣ ਨਹੀਂ ਦਿੰਦੇ। ਹਾਂਜੀ, ਕਰ ਆਏ ਹਾਰ ਨਾਹੀ ਕਰੁਣਾ ਕਰ, ਕਿਉਂ ਕਰ ਬਾਹਰ ਮੇ ਨਿਰਬਾਹ। ਇਸ ਕਰਕੇ ਕਰ ਆਏ ਆਹਾਰ ਨਾ ਹੇ ਕਰੁਣਾ ਕਰ, ਹੇ ਕਿਰਪਾ ਦੇ ਘਰ ਮੈਂ ਤੇ ਭੋਜਨ ਹੀ ਨਹੀਂ ਕੀਤਾ, ਕਿਉਂ ਕਰ ਬਾਹਰ ਮੇ ਨਿਰਬਾਹ, ਤੇ ਬਿਨਾਂ ਖਾਧੇ ਪੀਤੇ ਮੇਰਾ ਨਿਰਵਾਹ ਕਿਵੇਂ ਹੋ ਸਕਦਾ? ਤੁਹਾਨੂੰ ਭੁੱਖ ਲੱਗਦੀ ਕੋਈ ਨਹੀਂ, ਤੁਸੀਂ ਖਾਂਦੇ ਕੋਈ ਨਹੀਂ, ਪਰ ਮੈਂ ਤਾਂ ਆਮ ਸੰਸਾਰੀ ਜੀਵ ਆ, ਮੈਨੂੰ ਤੇ ਭੁੱਖ ਲੱਗਦੀ ਹੈ, ਮੇਰਾ ਭੁੱਖ ਦੇ ਨਾਲ ਕਿਵੇਂ ਨਿਰਵਾਹ ਹੋ ਸਕਦਾ? ਬਿਨਾਂ ਖਾਧੇ ਪੀਤੇ ਕਿਵੇਂ ਗੁਜ਼ਾਰਾ ਹੋ ਸਕਦਾ? ਹਾਂਜੀ, ਬਿਨ ਭੋਜਨ ਤੇ ਤਨ ਹਾਨ ਬਣੇ, ਹੱਠ ਕਉ ਲਗ ਹਉ ਕਰਹੁ ਮਨ ਮਾਹ। ਇਸ ਕਰਕੇ ਬਿਨ ਭੋਜਨ ਤੇ ਤਨਹਾਨ ਬਣੇ, ਬਾਬਾ ਅੱਜ ਨਹੀਂ ਤੇ ਫਿਰ ਕੱਲ ਮੈਂ ਤੇ ਮਰ ਗਿਆ, ਬਿਨਾਂ ਭੋਜਨ ਤੋਂ ਅੱਜ ਨਹੀਂ ਮਰਾਂਗਾ ਤੇ ਕੱਲ ਮਰ ਜਾਵਾਂਗਾ, ਮੌਤ ਹੋ ਜਾਏਗੀ ਮੇਰੀ। ਇਸ ਕਰਕੇ ਤੁਸੀਂ ਮੇਰੇ ਤੇ ਕਿਰਪਾ ਕਰੋ, ਹੱਠ ਕਉ ਲਗ ਹੋਂ ਕਰ ਹੋਂ ਮਨ ਮਾਹ। ਆਖਿਆ ਮਹਾਰਾਜ ਇਹ ਹੱਠ ਕਦੋਂ ਤੱਕ ਮੈਂ ਕਰਾਂਗਾ, ਇਹ ਸਮਾਂ ਮੈਂ ਇਸ ਤਰ੍ਹਾਂ ਕਿਵੇਂ ਗੁਜ਼ਾਰ ਲਾਂਗਾ, ਬਿਨਾਂ ਖਾਧੇ ਪੀਤੇ ਕਿਵੇਂ ਮੇਰਾ ਸਮਾਂ ਪੂਰਾ ਹੋਵੇਗਾ। ਹਾਂਜੀ, ਅਬ ਦੇਹੁ ਰਜਾਏ ਕੋ ਜਾਏ ਕ ਜਾਏ ਕੋ, ਖਾਏ ਅਕਾਏ ਅਵੋ ਤੁਮ ਪਾਹਾ। ਬਾਬਾ ਆਪਣੀ ਰਜਾ ਦੇ ਦਿਓ, ਆਪਣੀ ਆਗਿਆ ਦੇ ਦਿਓ। ਅਬ ਦੇਹੋ ਰਜਾਏ, ਹੁਕਮ ਦਿਓ, ਕੋ ਜਾਏ ਕਹਿ ਜਾਓ, ਅਬ ਦੇਹੋ ਰਜਾਏ ਕੋ ਜਾਏ ਕਹਿ ਜਾਏ ਕੋ, ਖਾਏ ਅਗਾਏ ਆਵੋ ਤੁਮ ਪਾਹਾ। ਬਸ ਬਾਬਾ ਹੁਣੇ ਜਾਵਾਂਗਾ, ਥੋੜਾ ਬਹੁਤਾ ਕੁਝ ਖਾ ਪੀ ਕੇ ਹੁਣੇ ਤੁਹਾਡੇ ਕੋਲ ਵਾਪਸ ਆ ਜਾਵਾਂਗਾ। ਜਿਵੇਂ ਬੱਚੇ ਨਹੀਂ ਜਿੱਦ ਕਰਦੇ, ਪਹਿਲਾਂ ਬੱਚੇ ਕਹਿੰਦੇ ਨੇ ਵੀ ਮੈਂ ਮੰਮੀ ਘੁੰਮਣ ਜਾਵਾਂ, ਖੇਡਣ ਜਾਵਾਂ, ਤੇ ਮਾਂ ਨੂੰ ਵੀ ਪਤਾ ਹੁੰਦਾ ਵੀ ਜਾਣਾ ਤੇ ਇਹਨੇ ਹੈਗਾ ਹੀ ਹੈ। ਉਹਦਾ ਮਾਂ ਪਿਓ ਦੀ ਹੁੰਦਾ ਹੈ ਨਾ ਵੀ ਨਹੀਂ ਜਾਣਾ, ਉਹਦਾ ਮਤਲਬ ਹੁੰਦਾ ਵੀ ਟਾਈਮ ਘਟਾਓ ਇਹਦਾ ਜਿੰਨਾ ਘਟਦਾ, ਇਹਦੇ ਕੋਲ ਵਾਅਦਾ ਲਾਓ ਵੀ ਬਜਾਏ ਕਿ 2 ਘੰਟੇ ਮੁੜੇ ਹੀ ਨਾ, ਉਹਨੂੰ ਕਹਿਣਾ ਵੀ ਕਾਕਾ ਫਿਰ 20 ਮਿੰਟ 'ਚ ਆ ਜਾ ਤੂੰ ਮੁੜ ਕੇ। ਅਖੀਰ ਭਾਈ ਮਰਦਾਨੇ ਨੇ ਆਪ ਹੀ ਕਹਿ ਦਿੱਤਾ, ਕਹਿਣ ਲੱਗਾ ਜੀ ਬਸ ਹੁਣੇ ਜਾਵਾਂਗਾ ਤੇ ਜਾ ਕੇ ਮੁੜ ਆਵਾਂਗਾ। ਅਬ ਦੇਹੋ ਰਜਾਏ ਕੋ ਜਾਏ ਕਹਿ ਜਾਏ ਕੋ, ਖਾਏ ਕੇ ਅਗਾਏ ਆਵੋ ਤੁਮ ਪਾਹ। ਕੁਝ ਥੋੜਾ ਜਿਹਾ ਖਾ ਕੇ ਤੇ ਉਸੇ ਵੇਲੇ ਮੈਂ ਬਾਬਾ ਮੁੜ ਆਵਾਂਗਾ। ਹਾਂਜੀ, ਨਾਨਕ ਤਾਂ ਮਨ ਕੀ ਮਨ ਜਾਣ, ਸੋ ਆਨਨ ਬਹਿਨ ਭਣੇ ਮੁਸਕਾਨੇ। ਗੁਰੂ ਨਾਨਕ ਦੇ ਪਿਤਾ ਜੀ ਮਰਦਾਨੇ ਦੇ ਮਨ ਦੀ ਵੀ ਜਾਣਦੇ ਨੇ ਤੇ ਨਗਰੀ ਦਾ ਸੱਚ ਵੀ ਜਾਣਦੇ ਨੇ, ਹੱਸ ਪਏ। ਹੁਣ ਸਤਿਗੁਰੂ ਜੀ ਨੂੰ ਪਤਾ ਸੀ ਵੀ ਇਹ ਕੌਤਕ ਇੱਥੇ ਹੋਣਾ ਹੀ ਹੋਣਾ ਹੈ। ਦੇਖੋ ਇੱਕ ਗੱਲ ਮੈਂ ਰੋਜ਼ ਕਹਿਣ ਦੀ ਕੋਸ਼ਿਸ਼ ਕਰਦਾ, ਪਤਾ ਨਹੀਂ ਮੈਂ ਕਿੰਨੀ ਕੁ ਕਹਿ ਸਕਦਾ, ਜਿਹੜੀ ਮੈਨੂੰ ਧਰਮ ਦੀ ਦੁਨੀਆ ਵਿੱਚ ਗੱਲ ਸਮਝ ਆਈ ਹੈ ਕਿ ਜਿਹੜੇ ਪੁੱਗ ਜਾਂਦੇ ਨੇ ਲੋਕ, ਉਹਨਾਂ ਦੀ ਆਪਣੀ ਵੀ ਇੱਕ ਮਾਇਆ ਹੁੰਦੀ ਹੈ, ਉਹਨਾਂ ਦੀਆਂ ਆਪਣੀਆਂ ਵੀ ਖੇਡਾਂ ਵੱਖਰੀਆਂ ਹੁੰਦੀਆਂ ਨੇ। ਹੁਣ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਵੀ ਇਹਨੇ ਇੱਥੇ ਜਾਣਾ ਹੈ, ਇਹਦੇ ਨਾਲ ਇੱਥੇ ਭਾਣਾ ਵਰਤਣਾ ਹੈ। ਹੁਣ ਜੇ ਸਤਿਗੁਰੂ ਘੱਲ ਦੇ ਤੇ ਫਿਰ ਇਹਨੇ ਕਹਿਣਾ ਸੀ ਬਾਬਾ ਤੁਸੀਂ ਮੈਨੂੰ ਉੱਥੇ ਘੱਲਤਾ ਜਿੱਥੇ ਮੇਰੇ ਨਾਲ ਇੰਜ ਹੋ ਗਿਆ। ਹੁਣ ਉਹਦੀ ਵਿਧ ਕੀ ਬਣੀ ਵੀ ਸਤਿਗੁਰੂ ਤੇ ਕਹਿੰਦੇ ਨਾ ਜਾ, ਤੇ ਉਹ ਕਹਿੰਦਾ ਨਹੀਂ ਜੀ ਮੈਂ ਤੇ ਮਰ ਜੂੰਗਾ, ਮੈਂ ਤੇ ਭੁੱਖ ਨਾਲ ਹੀ ਮਰ ਜੂੰਗਾ। ਅਖੀਰ ਹੁਣ ਸਤਿਗੁਰੂ ਜੀ ਹੱਸ ਪਏ, ਨਾਨਕ ਤਾਂ ਮਨ ਕੀ ਮਨ ਜਾਣ, ਸੋ ਆਨਨ ਬੈਣ ਭਣੇ ਮੁਸਕਾਨੇ। ਮੁਸਕਾਨੇ ਤੋਂ ਭਾਵੇਂ ਹੱਸ ਕੇ, ਮੁਸਕਰਾ ਕੇ। ਸਤਿਗੁਰੂ ਜੀ ਨੇ ਆਪਣੇ ਮੁਖ ਤੋਂ ਬਚਨ ਆਖੇ ਨੇ। ਹਾਂਜੀ, ਧੀਰ ਸਰੀਰ ਧਰੇ ਨਹਿ ਤੂੰ, ਪੁਰ ਮਹਿ ਬਰ ਹੀਰੋ ਜਾਂ ਮਰਦਾਨੇ। ਸਤਿਗੁਰੂ ਕਹਿਣ ਲੱਗੇ ਧੀਰ ਸਰੀਰ ਧਰੇ ਨਹਿ ਤੂੰ,
ਤੂੰ ਮਰਦਾਨਿਆਂ ਧੀਰਜ ਨਹੀਂ ਕਰ ਸਕਦਾ, ਹੌਸਲਾ ਨਹੀਂ ਕਰ ਸਕਦਾ, ਸਬਰ ਨਹੀਂ ਕਰ ਸਕਦਾ, ਜਿਹਨੂੰ ਅੱਜ ਦੇ ਸ਼ਬਦਾਂ 'ਚ ਕਹੀਏ ਵੀ ਤੂੰ 2 ਮਿੰਟ ਟੇਕੇ ਨਹੀਂ ਬਹਿ ਸਕਦਾ। ਵੀ ਇੱਕ ਘੜੀ ਹੋਈ ਹੈ, ਇੱਕ ਘੜੀ ਦਾ ਇੱਕ ਮਹੂਰਤ ਦਾ ਭਾਵ ਇੱਕ ਘੜੀ ਦਾ ਭਾਵ ਹੈ ਕਿ 22-23 ਮਿੰਟ, ਮਤਲਬ ਅੱਧਾ ਘੰਟਾ ਵੀ ਪੂਰਾ ਨਹੀਂ ਬੈਠਾ ਮਰਦਾਨਾ। ਕਹਿਣ ਲੱਗਾ ਜੀ ਹੁਣੇ ਆਗਿਆ ਦਿਓ ਜੀ, ਮੈਂ ਸ਼ਹਿਰ ਘੁੰਮਾਵਾਂ ਜੀ, ਮੈਂ ਕੁਝ ਖਾਵਾਂ ਜੀ। ਸਤਿਗੁਰੂ ਕਹਿਣ ਲੱਗੇ ਕੀ ਹੁੰਦਾ ਮਰਦਾਨਿਆਂ ਤੈਨੂੰ? ਧੀਰ ਸਰੀਰ ਧਰੈ ਨੈ ਤੂੰ, ਪੁਰ ਮੈਂ ਬਰ ਹੇਰੋ ਜਾ ਮਰਦਾਨੇ। ਸਤਿਗੁਰੂ ਕਹਿਣ ਲੱਗੇ ਠੀਕ ਹੈ, ਜੇ ਤੂੰ ਨਹੀਂ ਮੰਨਣਾ, ਨਹੀਂ ਰੁਕਣਾ, ਤੇ ਜਾਓ ਮਰਦਾਨਾ ਜੀ, ਜਾਓ ਸ਼ਹਿਰ ਵੇਖ ਕੇ ਆਓ। ਹਾਂਜੀ। ਤੋ ਉਰ ਹੀਰਨ ਚਾਹ ਰਹੇ ਨੈ, ਖਾਹੂ ਆਹਾਰ ਅਹੇ ਲਲਚਾਨੇ। ਜਾਂ ਮਰਦਾਨਿਆਂ ਤੇਰੀ ਇੱਛਾ ਕਿਤੇ ਮਨ 'ਚ ਹੀ ਨਾ ਰਹਿ ਜਾਏ, ਜਾਂ ਸ਼ਹਿਰ ਵੀ ਵੇਖਿਆ ਤੇ ਜਿਹੜਾ ਤੇਰੇ ਮਨ ਵਿੱਚ ਖਾਣ ਦਾ ਲਾਲਚ ਹੈ, ਜਾਂ ਭਾਈ ਖਾ ਵੀ ਲੈ, ਜੋ ਖਾਣ ਨੂੰ ਮਿਲਦਾ ਉਹ ਖਾ ਲੈ, ਸ਼ਹਿਰ ਵੇਖਣਾ ਤੇ ਸ਼ਹਿਰ ਵੀ ਘੁੰਮ ਲੈ। ਹਾਂਜੀ। ਸ਼੍ਰੋਨਨ ਜੋ ਸੁਣ ਕੀਨ ਪਿਆਣ, ਅਜਾਨ ਨ ਜਾਣੀ ਜੋ ਬੈਨ ਬਖਾਨੇ। ਗੁਰੂ ਜੀ ਦੇ ਬਚਨ ਸੁਣੇ ਤੇ ਤੁਰ ਪਿਆ, ਪਰ ਗੁਰੂ ਦੇ ਬਚਨਾਂ ਦੇ ਭੇਦ ਦੀ ਸਮਝ ਨਹੀਂ ਆਈ, ਗੁਰੂ ਦੇ ਬਚਨਾਂ ਦਾ ਭਾਵ ਨਹੀਂ ਸਮਝ ਆਇਆ ਵੀ ਉਹ ਮੈਨੂੰ ਰੋਕਦੇ ਕਿਉਂ ਸੀ। ਰੋਕਣ ਦਾ ਕੋਈ ਕਾਰਨ ਤੇ ਸੀ ਨਾ। ਅੱਜ ਵੀ ਤੁਸੀਂ ਵੇਖੋ, ਜਿਹੜੇ ਮੇਰੇ ਵਰਗੇ ਮੂਰਖ ਹੁੰਦੇ ਨੇ ਉਹ ਤੇ ਬਾਂਹ ਫੜ ਲੈਣਗੇ, ਨਹੀਂ 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 ਕਾਕਾ ਤੂੰ ਨਹੀਂ ਜਾਣਾ। ਪਰ ਜਿਹੜੇ ਸਿਆਣੇ ਹੁੰਦੇ ਨੇ ਉਹ ਕੀ ਕਰਦੇ ਨੇ? ਉਹ ਕਾਕੇ ਨੂੰ ਬਿਠਾਉਂਦੇ ਨੇ ਵੀ ਕਾਕਾ ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ, ਅੱਗੋਂ ਪੁੱਤਰ ਤੇਰੀ ਮਰਜ਼ੀ। ਉਹਦੇ ਵਿੱਚ ਕੀ ਹੁੰਦਾ ਵੀ ਗਿਆਨ ਆਗਿਆ ਵੀ ਦੇ ਦਿੱਤੀ, ਸਿੱਖਿਆ ਵੀ ਦੇ ਦਿੱਤੀ, ਆਜ਼ਾਦੀ ਵੀ ਦੇ ਦਿੱਤੀ। ਪਰ ਕਈ ਮੇਰੇ ਵਰਗੇ ਮੂਰਖ ਹੁੰਦੇ ਨੇ, ਉਹ ਬਾਹੀਂ ਫੜ ਲੈਂਦੇ ਨੇ। ਉਹਦੇ 'ਚ ਕੀ ਹੁੰਦਾ ਕਿ ਅਗਲੇ ਦੇ ਮਨ 'ਚ ਇੱਕ ਭਰਮ ਰਹਿ ਜਾਂਦਾ ਵੀ ਗਿਆਨੀ ਜੀ ਨੇ ਮੈਨੂੰ ਰੋਕ ਦਿੱਤਾ, ਪਤਾ ਨਹੀਂ ਮੈਂ ਤਾਂ ਕੀ ਕਰ ਲੈਂਦਾ, ਪਤਾ ਨਹੀਂ ਮੈਂ ਕੀ ਕਰ ਦਿੰਦਾ। ਸਤਿਗੁਰੂ ਪਿਤਾ ਜੀ ਨੇ ਕਿਹਾ ਵੀ ਜਾ ਚਲੇ ਜਾ। ਤੇ ਇੱਥੇ ਕਵੀ ਜੀ ਨੇ ਇਹ ਪੂਰੀ ਇੱਕ ਲਾਈਨ ਲਿਖੀ ਹੈ ਕਿ ਸ਼੍ਰੋਨਨ ਜੋ ਸੁਣ ਕਾਨ ਕੀਨ ਪਿਆਨ। ਕੰਨਾਂ ਨਾਲ ਸੁਣਿਆ, ਬਾਬੇ ਨੇ ਕਿਹਾ ਜਾ ਚਲੇ ਜਾ, ਬਸ ਫਿਰ ਕੀ ਸੀ, ਮਰਦਾਨਾ ਉੱਠਿਆ ਤੇ ਤੁਰ ਪਿਆ। ਪਰ ਅੱਗੇ ਕਵੀ ਜੀ ਕਹਿੰਦੇ ਨੇ ਅਣਜਾਣ ਨਾ ਜਾਣੀ ਜੋ ਬੈਣ ਬਖਾਨੇ। ਐਸਾ ਅਣਜਾਣ ਸੀ ਮਰਦਾਨਾ, ਉਹ ਸਮਝ ਹੀ ਨਹੀਂ ਸਕਿਆ ਵੀ ਬਾਬੇ ਨਾਨਕ ਦੇ ਬਚਨਾਂ ਦਾ ਭੇਦ ਕੀ ਹੈ, ਉਹ ਕਿਉਂ ਰੋਕਦੇ ਨੇ ਮੈਨੂੰ, ਉਹ ਗੱਲ ਨਹੀਂ ਸਮਝੀ ਉਹਨੇ। ਹਾਂਜੀ। ਪੁਰ ਮਹਿ ਬਰ ਕੈ ਉਰ ਮਹਿ ਹਰਖਾ ਬਰ, ਹੀਰਤ ਨਾਰਨ ਰੂਪ ਅਪਾਰੇ। ਪੁਰ ਮੈਂ ਬਰ ਕੇ ਉਰ ਮੈਂ ਹਰਖਾ ਬਰ, ਹੀਰਤ ਨਾਰਨ ਰੂਪ ਅਪਾਰ। ਹੁਣ ਇਹਦਾ ਨਾਂ ਹੀ ਕਾਬਰੂ ਦੇਸ਼ ਸੀ, ਇਹਦਾ ਨਾਂ ਹੀ ਕਾਮ ਰੂਪ ਦੇਸ਼ ਸੀ। ਇਹ ਜਿਹੜਾ ਅਸਾਮ ਹੈ ਨਾ, ਇਹ ਹੁਣ ਦਾ ਨਾਂ ਹੈ। ਜਿਹੜੀ ਸਟੇਟ ਹੈ ਨਾ ਇੰਡੀਆ ਦੇ ਵਿੱਚ, ਅਸਾਮ, ਜਿਹਦੀ ਕੈਪੀਟਲ ਗੁਹਾਟੀ ਹੈ, ਇਹ ਅਸਾਮ ਹੁਣ ਦਾ ਨਾਮ ਹੈ। ਜਿਹੜਾ ਬਹੁਤ ਪੁਰਾਤਨ ਨਾਮ ਹੈ ਉਹ ਕਾਬਰੂ ਦੇਸ਼ ਹੈ। ਉਹ ਕਾਮ ਦੇਸ਼ ਤੋਂ ਹੈ, ਕਾਮ ਰੂਪ ਦੇਸ਼ ਤੋਂ ਇਹਦਾ ਭਾਵ ਹੈ। ਭਾਈ ਮਰਦਾਨਾ ਨਗਰੀ ਦੇ ਵਿੱਚ ਗਿਆ ਤੇ ਖੁਸ਼ ਹੋ ਗਿਆ, ਬੜੇ ਉੱਥੇ ਲੋਕ ਵੇਖੇ ਇਹਨਾਂ ਨੇ। ਹੀਰਤ ਨਾਰਨ ਰੂਪ ਅਪਾਰੇ, ਪੁਰਖਾਂ ਦੇ, ਇਸਤਰੀਆਂ ਦੇ ਵੱਖਰੇ ਵੱਖਰੇ ਰੂਪ ਵੇਖੇ ਉੱਥੇ। ਹਾਂਜੀ। ਧਰ ਪਾਤਰ ਮੂਲ ਉਖਾਰਨ ਕੋ, ਕਰਨੀ ਸੀ ਅਹੈ ਬਿਵਪਾਰ ਬਿਹਾਰੇ। ਜਿਹੜਾ ਤੁਹਾਡਾ ਆਚਰਣ ਹੈ, ਉਹਦੀਆਂ ਮੂਲ ਜੜ੍ਹਾਂ ਪੁੱਟਣ ਵਾਸਤੇ ਜਿਹੜੀਆਂ ਇੱਥੋਂ ਦੀਆਂ ਇਸਤਰੀਆਂ ਨੇ, ਕਹਿੰਦੇ ਉਹ ਹਾਥੀ ਵੱਤ ਨੇ। ਇਸਤਰੀ ਦੇ ਵੱਖਰੇ ਵੱਖਰੇ ਰੂਪਾਂ ਦਾ ਸੰਸਾਰ ਵਰਣਨ ਕਰਦਾ। ਉੱਥੇ ਇਸ ਇੱਕ ਰੂਪ ਦਾ ਕਵੀ ਜੀ ਨੇ ਇੱਥੇ ਵਰਣਨ ਕੀਤਾ ਕਿ ਇਹ ਜਿਹੜੀਆਂ ਔਰਤਾਂ ਸੀ ਇਹ ਆਚਰਣਹੀਣ ਹੈ, ਇਹ ਉੱਚੇ ਆਚਰਨ ਵਾਲੀਆਂ ਇੱਥੋਂ ਦੀਆਂ ਇਸਤਰੀਆਂ ਨਹੀਂ। ਹਾਂਜੀ। ਸਿਰ ਬਾਰ ਸਵਾਰ ਕੈ ਅੰਜਨ ਡਾਰ, ਸ਼ਿੰਗਾਰ ਸੁਧਾਰ ਕਟਾਸ਼ ਨਿਹਾਰੈ। ਆਪਣੇ ਵਾਲਾਂ ਨੂੰ ਸਵਾਰਨਾ, ਅੱਖਾਂ ਦੇ ਵਿੱਚ ਸੁਰਮੇ ਨੂੰ ਪਾਉਣਾ, ਕਈ ਤਰ੍ਹਾਂ ਦੇ ਸ਼ਿੰਗਾਰ ਕਰਨੇ ਤੇ ਟੇਢੀ ਨਜ਼ਰ ਨਾਲ ਪਰਾਏ ਪੁਰਖ ਨੂੰ ਤੱਕਣਾ, ਇਹਨਾਂ ਦੀ ਆਮ ਕਰਨੀ ਸੀ। ਹਾਂਜੀ।
ਨਰ ਜੋ ਪਰਦੇਸੀ ਕਰੈ ਪਰਵੇਸ, ਬਸੀ ਕਰ ਲੇਤ ਹੈ ਮੰਤਰ ਉਚਾਰੈ। ਜਿਹੜਾ ਵੀ ਮਨੁੱਖ ਕਦੇ ਦੂਜੇ ਦੇਸ਼ ਤੋਂ ਆਉਂਦਾ ਹੈ, ਇਹਨਾਂ ਨੇ ਕਦੇ ਵਾਪਸ ਨਹੀਂ ਮੁੜਨ ਦਿੱਤਾ। ਐਸੇ ਮੰਤਰ ਪੜ੍ਹੇ ਨੇ ਕਿ ਉਹਨੂੰ ਆਪਣੇ ਵੱਸ ਵਿੱਚ ਕਰ ਲਿਆ, ਉਹਨੂੰ ਆਪਣੇ ਕਾਬੂ ਵਿੱਚ ਕਰ ਲਿਆ, ਉਹਨੂੰ ਇਹਨਾਂ ਨੇ ਬਚ ਕੇ ਨਿਕਲ ਨਹੀਂ ਦਿੱਤਾ। ਹਾਂਜੀ। ਰਮਤ ਪੁਰਖ ਸੋ ਥਕਤ ਨਹਿ, ਅਸ ਕੁਲਟਾ ਤਹਿ ਨਾਰ। ਪਤ ਕੋ ਰਾਖੈ ਸਬਸ ਕਰ, ਆਪ ਕਰੈ ਬਿਬਚਾਰ। ਇਹ ਉਹ ਅਚਰਨਹੀਣ ਔਰਤਾਂ ਨੇ ਜਿਨ੍ਹਾਂ ਨੇ ਆਪਣੇ ਪਤੀਆਂ ਤੱਕ ਵਸ ਵਿੱਚ ਕੀਤੇ ਹੋਏ, ਤੇ ਦੂਜੇ ਦੇਸ਼ਾਂ ਦੇ ਆਏ ਮਨੁੱਖ ਜਿਹੜੇ ਨੇ ਉਹ ਗੁਲਾਮ ਬਣਾ ਕੇ ਰੱਖੇ ਹੋਏ ਨੇ। ਇਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਅਚਰਨਹੀਣਤਾ ਤੇ ਟਿਕੀ ਹੋਈ ਹੈ। ਹਾਂਜੀ। ਜਬੇ ਮਰਦਾਨਾ ਪੁਰ ਮਦ ਮੈਂ ਪਿਆਨਾ, ਤਬ ਗਇਓ ਏਕ ਥਾਨ ਹਿਤ ਲੇਤ ਕੇ ਆਹਾਰਿਆ। ਹੁਣ ਕੀ ਹੋਇਆ? ਜਬੇ ਮਰਦਾਨਾ ਪੁਰ ਮਦ ਪੈ ਪਿਆਨਾ, ਤਬ ਗਇਓ ਏਕ ਥਾਨ ਹਿਤ ਲੈਣ ਕੇ ਆਹਾਰਿਆ। ਸ਼ਹਿਰ ਵਿੱਚ ਗਿਆ ਕਾਹਦੇ ਲਈ ਸੀ? ਕੁਝ ਖਾਣ ਲਈ। ਹੁਣ ਇਹ ਲੱਭਦਾ ਵੀ ਮੈਨੂੰ ਕੁਝ ਖਾਣ ਨੂੰ ਮਿਲ ਜਾਏ। ਤੇ ਜ਼ਰੂਰ ਚੇਤਾ ਰੱਖਣਾ ਕਿ ਅੱਜ ਵਰਗੇ ਬਾਜ਼ਾਰ, ਅੱਜ ਵਰਗੇ ਸ਼ਾਪਿੰਗ ਸੈਂਟਰ, ਅੱਜ ਵਰਗੀਆਂ ਦੁਕਾਨਾਂ, ਇਹ ਉਦੋਂ ਜ਼ਮਾਨਾ ਹੀ ਨਹੀਂ ਸੀ ਹੁੰਦਾ। ਦੇਖੋ, ਮੈਂ ਵੀ ਜਿੰਨੀ ਕੁ ਦੁਨੀਆ ਘੁੰਮੀ ਹੈ, ਮੈਂ ਤਾਂ ਆਪ ਸੁਣ ਕੇ ਹੈਰਾਨ ਹਾਂ ਵੀ ਇੰਗਲੈਂਡ ਵਰਗੇ ਮੁਲਕ ਵਿੱਚ ਬਹੁਤੀਆਂ ਮਾਰਕੀਟਾਂ ਨਹੀਂ ਸੀ ਹੁੰਦੀਆਂ। ਜਿਵੇਂ ਕਦੇ ਪਿੰਡਾਂ ਥਾਵਾਂ 'ਚ ਤੁਸੀਂ ਅੱਜ ਵੀ ਜਾਓਗੇ ਨਾ, ਪੂਰੇ ਪਿੰਡ 'ਚ ਤੁਹਾਨੂੰ 1 2 3 ਦੁਕਾਨਾਂ ਮਿਲਣਗੀਆਂ। ਪਿੰਡ ਬੜਾ ਸੁਖੀ ਵੱਸਦਾ ਹੈ। ਉਹ ਇੱਕੋ ਦੁਕਾਨ ਤੋਂ ਆਲੂ ਗੰਢੇ ਵੀ ਮਿਲ ਜਾਂਦੇ ਨੇ, ਰਿਬਨ ਵੀ ਮਿਲ ਜਾਂਦੇ, ਸੂਈਆਂ ਵੀ ਮਿਲ ਜਾਂਦੀਆਂ, ਬਟਨ ਵੀ ਮਿਲ ਜਾਂਦੇ ਨੇ। ਉੱਥੋਂ ਉਹਨਾਂ ਨੂੰ ਗੁੜ ਚਾਹ ਪੱਤੀ ਵੀ ਮਿਲ ਜਾਂਦੀ ਹੈ, ਉੱਥੋਂ ਸੇਬੇ ਸੂਏ ਵੀ ਮਿਲ ਜਾਂਦੇ ਨੇ, ਉੱਥੋਂ ਥੋੜ੍ਹਾ ਬਹੁਤਾ ਕਿਲ ਕਾਬਲਾ ਵੀ ਮਿਲ ਜਾਂਦਾ ਹੈ। ਕੰਮ ਚੱਲੀ ਜਾਂਦਾ, ਕਿਉਂਕਿ ਬਹੁਤੀਆਂ ਲੋੜਾਂ ਹੁੰਦੀਆਂ ਨੇ। ਗੋਰੇ ਲੋਕ ਜਿਹੜੇ ਨੇ ਇਹ ਤਾਂ ਪੈਸੇ ਵੀ ਜਮ੍ਹਾਂ ਨਹੀਂ ਸੀ ਕਰਦੇ, ਵੀ ਇਹ ਸਾਡੇ ਲੋਕਾਂ ਨੇ ਸਿਖਾਇਆ ਜਾ ਕੇ। ਮੇਰੇ ਇੱਕ ਮਿੱਤਰ ਸੀ ਭਾਈ ਮੁਖਤਿਆਰ ਸਿੰਘ ਡਰਬੀ, ਇੰਗਲੈਂਡ ਗੁਰਦੁਆਰੇ ਵਿੱਚ। ਉਹ ਕਹਿੰਦਾ ਮੈਂ ਹਰ ਸੋਮਵਾਰ ਬੈਂਕ ਪੈਸੇ ਜਮ੍ਹਾਂ ਕਰਾਉਣ ਜਾਣਾ, ਤੇ ਕਹਿੰਦੇ ਜਿਹੜੀ ਉੱਥੇ ਰਿਸੈਪਸ਼ਨ ਤੇ ਗੋਰੀ ਕੋਈ ਬੈਂਕ ਦੇ ਵਿੱਚ ਨੌਕਰੀ ਕਰਦੀ ਹੋਣੀ ਹੈ, ਕਹਿੰਦਾ ਉਹਨੇ ਮੈਨੂੰ ਹਰ ਵਾਰੀ ਪੁੱਛਣਾ ਵੀ ਮਿਸਟਰ ਸਿੰਘ ਇੰਨੇ ਪੈਸੇ ਤੂੰ ਕੀ ਕਰਦਾ? ਕਹਿੰਦਾ ਉਹਨੇ ਮੈਂ ਫਿਰ ਉਹਨੂੰ ਦੱਸਿਆ ਵੀ ਮੈਂ ਇੰਡੀਆ ਤੋਂ ਆਇਆ, ਮੈਂ ਇੱਥੇ ਰਹਿਣਾ, ਮੇਰੇ ਬੱਚੇ ਮੋਹਾਲੀ ਰਹਿੰਦੇ ਨੇ, ਮੋਹਾਲੀ ਤੋਂ ਸੀ, ਤੇ ਮੈਂ ਪੈਸੇ ਜੋੜਦਾ ਬੱਚਿਆਂ ਨੂੰ ਪੜ੍ਹਾਉਣ ਲਈ, ਵਿਆਹੁਣ ਲਈ। ਤੇ ਕਹਿੰਦਾ ਉਹ ਜਦੋਂ ਹਰ ਸੋਮਵਾਰ ਜਾਣਾ, ਤੇ ਕਹਿੰਦਾ ਉਹਨੇ ਫਿਰ ਮੇਰੇ ਨਾਲ ਹੱਸਣਾ ਸ਼ੁਰੂ ਕਰਤਾ ਵੀ ਮਿਸਟਰ ਸਿੰਘ ਜੇ ਤੂੰ ਵਿਆਹ ਕਰਨਾ ਹੋਵੇ ਤੇ ਮੈਂ ਤਿਆਰ ਹਾਂ। ਕਿਉਂਕਿ ਲੋਕ ਪੈਸੇ ਤੋਂ ਪ੍ਰਭਾਵਿਤ ਹੁੰਦੇ ਨੇ, ਪੈਸੇ ਨੂੰ ਬੜਾ ਕੀਮਤੀ ਸਮਝਦੇ ਨੇ। ਪਰ ਸਾਡੇ ਵਾਲਾ ਹਿਸਾਬ ਨਹੀਂ ਹੈ। ਸਾਡੇ 'ਚ ਪੈਸੇ ਨੂੰ ਜੋੜਨ ਵਿੱਚ ਰੁਚੀ ਜ਼ਿਆਦਾ ਹੈ, ਇਹਨਾਂ ਦੀ ਖਰਚਣ ਵਿੱਚ ਰੁਚੀ ਜ਼ਿਆਦਾ ਹੈ। ਗੋਰਿਆਂ ਬਾਰੇ ਤੇ ਕਹਿੰਦੇ ਨੇ ਵੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕੰਮ ਕਰਦੇ ਨੇ, ਤੇ ਸ਼ਨੀ ਐਤਵਾਰ ਖਾਲੀ ਹੋ ਜਾਂਦੇ ਨੇ, ਤੇ ਸੋਮਵਾਰ ਸਿੱਧੇ ਕੰਮ ਤੇ ਚੜ੍ਹ ਜਾਂਦੇ ਨੇ। ਪੈਸਾ ਨਹੀਂ ਜੋੜਦੇ। ਆ ਪਲਾਸਟਿਕ ਮਨੀ ਉਧਰੋਂ ਹੀ ਆਈ ਹੈ, ਸਾਡੇ ਕਿੱਥੇ ਬਣਨੀ ਸੀ? ਸਾਨੂੰ ਤਾਂ ਲੋੜ ਹੀ ਨਹੀਂ ਇਹਨਾਂ ਚੀਜ਼ਾਂ ਦੀ। ਇਹ ਸਾਡਾ ਕਲਚਰ ਨਹੀਂ ਹੈ। ਜਿਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਰਹਿੰਦੇ ਹਾਂ, ਇੱਥੇ ਤੇ ਇੱਕ ਵੇਲਾ ਸੀ ਕਿ ਵਿਆਜ ਵੀ ਹਰਾਮ ਸੀਗਾ। ਮੁਸਲਮਾਨਾਂ 'ਚ ਅੱਜ ਵੀ ਸੂਦ ਹਰਾਮ ਹੈ। ਤੋ ਜਿਸ ਥਾਂ ਤੇ ਭਾਈ ਮਰਦਾਨਾ ਜੀ ਗਏ ਨੇ, ਭਾਈ ਮਰਦਾਨੇ ਨੇ ਵੇਖਿਆ ਵੀ ਮੈਂ ਕੁਝ ਖਾਵਾਂ। ਹੁਣ ਖਾਣਾ ਕੀ, ਉੱਥੇ ਕੋਈ ਢਾਬੇ ਥੋੜ੍ਹਾ ਸੀ, ਨਾ ਹੋਟਲ ਸੀ, ਨਾ ਰੈਸਟੋਰੈਂਟ ਸੀ। ਉਹ ਤਾਂ ਕੋਈ ਨਿੱਜੀ ਤੌਰ ਤੇ ਕਿਸੇ ਨੇ ਕੋਈ ਦੁਕਾਨ ਬਣਾ ਕੇ ਕੋਈ ਵੇਚਦਾ ਹੋਵੇ ਭੋਜਨ। ਭਾਈ ਮਰਦਾਨਾ ਖਾਣ ਵਾਸਤੇ ਕੁਝ ਲੱਭਦਾ ਹੈ। ਉੱਥੇ ਫਿਰ ਉਹਦੇ ਨਾਲ ਇੱਕ ਅਜੀਬੋ ਗਰੀਬ ਘਟਨਾ ਘਟਦੀ ਹੈ ਕਿ ਇੱਕ ਔਰਤ ਉਹਨਾਂ ਦੇ ਗਲ ਵਿੱਚ ਭੱਜ ਕੇ, ਖਾਣ ਨੂੰ ਤਾਂ ਦਿੰਦੀ ਕੁਝ ਨਹੀਂ, ਪਰ ਗਲ 'ਚ ਧਾਗਾ ਬੰਨ੍ਹ ਦਿੰਦੀ ਹੈ। ਤੇ ਜਿਵੇਂ ਹੀ ਧਾਗਾ ਵੱਜਦਾ ਹੈ, ਭਾਈ ਮਰਦਾਨੇ ਦਾ ਸਰੀਰ ਬਦਲ ਜਾਂਦਾ, ਭੇਡੂ ਬਣ ਜਾਂਦੇ ਨੇ। ਸਤਿਗੁਰੂ
ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਅੱਜ ਸਮਾਂ ਸਮਾਪਤ ਹੈ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।